ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੂ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਨਾਮ ਦਾਸ ਗੁਰੂ ਗੁਣ ਗਾਓ ਗੁਰ ਅਰਜਨ ਬਿਗਨਨ ਕੇ ਬਿਗਨਨ ਕੇ ਗੁਰ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਾ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ ਤੇਗ ਬਹਾਦਰ ਪਰਮ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਪਰ ਪੁਨ 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 ਸੀਸਾ ਬੰਦੋਂ ਬਾਰ ਬਾਰ ਜਗਦੀਸ਼ ਜਾਂ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਧੋਂ ਕਰ ਅਨੁਰਾਗ ਮੇਰ ਕਰੋ ਤ੍ਰਿਣ ਤੇ ਮੋਹ ਜਾਏ ਗਰੀਬ ਨਿਵਾਜ ਨਾ ਦੂਸਰ ਤੋਸੋ ਭੂਲ ਸ਼ਿਮੋ ਹਮਰੀ ਪ੍ਰਭ ਆਪਨ ਭੁੱਲਣ ਹਾਰ ਕਹਾਂ ਕੋ ਮੋਸੋ ਕਹਾਂ ਬੁੱਧ ਪ੍ਰਭ ਤੁਸ਼ ਹਵਾ ਬਰਨ ਸਕੈ ਹਮ ਨਾ ਸਕਤ ਕਰ ਸਿਫਤ ਆਪ ਲਿਹੋ ਤੁਮ ਕਥਾ ਸੁਹਾਰੀ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ ਸ਼੍ਰੀ ਜੀਤੋ ਸਤਸੰਗ ਕੋ ਸੇਵੇ ਤਿਸੈ ਪ੍ਰਕਾਰ ਅਸਨ ਬਸਨ ਕੋ ਦੇਤ ਹੈ ਕਰ ਉਰ ਭਾਵਨਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਸਥਾਨ 'ਤੇ
ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਵਰਤਾਏ ਹੋਏ ਕੌਤਕ ਆਪ ਜੀ ਸਰਵਣ ਕਰ ਰਹੇ ਹੋ। ਵਕਤ ਆਪਣੀ ਚਾਲੇ ਚੱਲ ਰਿਹਾ। ਆਨੰਦਪੁਰ ਸਾਹਿਬ ਬੇਅੰਤ ਰੌਣਕਾਂ ਲੱਗ ਰਹੀਆਂ ਨੇ, ਬੇਅੰਤ ਸੰਗਤ ਜੁੜਦੀ ਹੈ। ਯੋਧਿਆਂ ਨੂੰ ਸਤਿਗੁਰੂ ਜੀ ਜੰਗੀ ਅਭਿਆਸ ਕਰਾਉਂਦੇ ਆ, ਸ਼ਸਤਰ ਧਾਰੀ ਬਣਾਉਂਦੇ ਆ। ਚੌਂ ਕੁੰਟਾਂ ਤੋਂ ਹਰ ਰੋਜ਼ ਆਉਣ ਵਾਲੇ ਸਿੱਖਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾਂਦੀ। ਬਹੁਤ ਸਾਰੇ ਉਹ ਵੀ ਸਨ ਜਿਹੜੇ ਸਤਿਗੁਰੂ ਜੀ ਦਾ ਪ੍ਰਭਾਵ ਮੰਨ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ। ਕੁਝ ਉਹ ਵੀ ਸਨ ਜਿਹੜੇ ਗੁਰੂ ਸਾਹਿਬ ਜੀ ਨਾਲ ਈਰਖਾ ਵੀ ਕਰਦੇ। ਤੋ ਸਾਧ ਸੰਗਤ, ਇਸ ਤਰ੍ਹਾਂ ਦਾ ਵਕਤ ਗੁਜ਼ਰ ਰਿਹਾ ਸੀ। ਸਿੱਖ ਸੰਗਤ ਗੁਰੂ ਸਾਹਿਬ ਦੇ ਚਰਨਾਂ 'ਚ ਜੁੜਦੀ, ਰੂਹਾਨੀ ਗਿਆਨ ਲੈਂਦੀ, ਆਤਮਿਕ ਆਨੰਦ ਲੈਂਦੀ, ਸਮਾਜਿਕ ਜੀਵਨ ਕਿਵੇਂ ਜਿਉਣਾ ਹੈ, ਰਾਜਸੀ ਦਸ਼ਾ ਉੱਤੇ ਕਿਵੇਂ ਪਕੜ ਰੱਖਣੀ ਹੈ, ਹਰ ਪਹਿਲੂ ਤੋਂ ਮਹਾਰਾਜ ਸਿੱਖਾਂ ਨੂੰ ਸੁਚੇਤ ਕਰਦੇ। ਵਕਤ ਦੀ ਚਾਲ ਬੜੀ ਪ੍ਰਬਲ ਹੈ, ਉਹ ਤੁਰਿਆ ਜਾਂਦਾ ਹੈ। ਜੋ ਜੋ ਸ੍ਰੀ ਆਨੰਦਪੁਰ ਸਾਹਿਬ 'ਚ ਵਰਤ ਰਿਹਾ ਉਹ ਪ੍ਰਸੰਗ ਤੁਸੀਂ ਸੁਣ ਰਹੇ ਹੋ। ਅਰਜ਼ੋਈ ਕਰੀਏ ਸਾਹਿਬ ਸਮਤ ਬਖਸ਼ਣ, ਆਪ ਸੰਗਤ ਅਸੀਸ ਦਿਓ। ਇਸ ਤੋਂ ਅੱਗੇ ਗੁਰੂ ਕੀ ਕੀਰਤੀ, ਗੁਰੂ ਕਾ ਜਸ ਕਹਿ ਸੁਣ ਸਕੀਏ। ਸਾਰੇ ਪਿਆਰ ਵਿੱਚ ਜੁੜ ਕੇ ਸਿਮਰੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਜਪੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਵਾਹਿਗੁਰੂ ਸਾਹਿਬ ਨੇ ਦੋਹਰਾ ਸ਼੍ਰੀ ਜੀਤੋ ਸਤਸੰਗ ਕੋ ਸੇਵੇ ਤਿਸੇ ਪ੍ਰਕਾਰ। ਜਿਵੇਂ ਧੰਨ ਗੁਰੂ ਕਲਗੀਧਰ ਬਾਦਸ਼ਾਹ ਜੀ ਨੇ ਬਚਨ ਕੀਤਾ ਸੀ ਨਾ ਗੁਰੂ ਕੇ ਮਹਿਲ ਮਾਤਾ ਜੀਤੋ ਜੀ ਨੂੰ, ਕਿ ਸੰਗਤ ਦੀ ਟਹਿਲ ਕਮਾਉਣੀ, ਗੁਰਸਿੱਖਾਂ ਨੂੰ ਪ੍ਰਸ਼ਾਦਾ ਭੋਜਨ ਛਕਾਉਣਾ, ਮਨ ਨੀਵਾਂ ਰੱਖਣਾ, ਸ਼ਰਧਾ ਤੇ ਪ੍ਰੇਮ ਸਹਿਤ ਸੇਵਾ ਕਰਨੀ। ਬਖਸ਼ਿਸ਼ਾਂ ਮਿਲੀਆਂ, ਵਰੇ ਗੁਜ਼ਰ ਗਏ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਆਗਮਨ ਨੂੰ ਕਿੰਨੇ ਵਰੇ ਗੁਜ਼ਰ ਗਏ ਆ। ਪਰ ਮਾਤਾ ਜੀਤੋ ਜੀ ਉਸੇ ਲਗਨ ਨਾਲ, ਉਸੇ ਭਾਵਨਾ ਨਾਲ ਸੇਵਾ ਕਰ ਰਹੇ ਆ। ਬਾਬਾ ਜੁਝਾਰ ਸਿੰਘ ਜੀ ਕਈ ਸਾਲਾਂ ਦੇ ਹੋ ਗਏ ਨੇ। ਮਾਤਾ ਜੀਤੋ ਜੀ ਦੀ ਸੇਵਾ ਦੇ ਵਿੱਚ ਕੋਈ ਫਰਕ ਨਹੀਂ ਆਇਆ। ਉਸੇ ਜਜ਼ਬੇ ਨਾਲ, ਉਸੇ ਨਿਮਰਤਾ ਨਾਲ, ਉਵੇਂ ਭਾਵਨਾ ਪ੍ਰੀਤ ਨਾਲ ਸੇਵਾ ਕਰਦੇ ਹਨ। ਅਸਨ ਬਸਨ ਕੋ ਦੇਤ ਹੈ, ਕਰ ਉਰ ਭਾਵਦਾਰ। ਇਹ ਹੁਣ ਕਿੱਦਾਂ ਠੀਕ ਹੋ ਗਈ? ਹੁਣ ਕਿੱਦਾਂ ਵੱਧ ਗਈ? ਫਿਰ ਪੜੀ। ਅਸਨ ਬਸਨ ਕੋ ਦੇਤ ਹੈ, ਕਰ ਉਰ ਭਾਵਦਾਰ। ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ ਕਿਸੇ ਨੂੰ ਲੋੜਵੰਦ ਨੂੰ ਭੋਜਨ ਦੀ ਜ਼ਰੂਰਤ ਹੁੰਦੀ, ਕਿਸੇ ਨੂੰ ਵਸਤਰ ਦੀ ਜ਼ਰੂਰਤ ਹੁੰਦੀ। ਅਸਨ ਤੇ ਬਸਨ, ਹਰ ਤ੍ਰਿਖਾਵੰਤ ਨੂੰ, ਲੋੜਵੰਦ ਨੂੰ, ਸ਼ੁਦਾਤੁਰ ਨੂੰ ਭੋਜਨ, ਪ੍ਰਸ਼ਾਦਾ, ਜਲ ਪਾਨ, ਵਸਤਰ ਆਦਿਕ ਸਭ ਨੂੰ ਦੇ ਕੇ ਮਾਤਾ ਜੀਤੋ ਜੀ ਮਦਦ ਕਰਦੇ, ਸੇਵਾ ਕਰਦੇ। ਤੋ ਪਈ ਮధుਰ ਸਲਵਨ ਤੁਰਸ਼ ਯੁਕਤ ਸਵਾਦ। ਮਿੱਠੇ ਸਲੂਣੇ ਬਹੁਤ ਸਾਰੇ ਸਵਾਦਿਸ਼ਟ ਭੋਜਨ ਮਾਤਾ ਜੀ ਬੜੀ ਰੀਝ ਨਾਲ, ਸ਼ਰਧਾ ਭਾਵਨਾ ਨਾਲ ਬਣਾ ਕੇ ਛਕਾਉਂਦੇ। ਕਰਵੈ ਬਿੰਜਨ ਚਾਵਰ ਆਦ। ਕਰਵਹਿ ਬਿੰਜਨ, ਵੱਖ-ਵੱਖ ਭਾਂਤ ਦੇ ਪਦਾਰਥ ਤਿਆਰ ਕਰਨੇ। ਕਈ ਕਿਸਮ ਦੇ ਚਾਵਲ, ਮਿੱਠੇ ਚਾਵਲ, ਨਮਕੀਨ ਵਾਲੇ ਚਾਵਲ, ਸਾਦੇ ਚਾਵਲ, ਮਤਲਬ ਸ਼ਰਧਾ ਤੇ ਪ੍ਰੇਮ ਨਾਲ ਭੋਜਨ ਤਿਆਰ ਕਰਨਾ। ਕਈ ਰੰਗ ਦਾ, ਕਈ ਭਾਂਤ ਦਾ, ਕਈ ਕਿਸਮ ਦੇ ਵਿਅੰਜਨ। ਮਾਤਾ ਜੀਤੋ ਜੀ ਲਗਾਤਾਰ ਨਿਰੰਤਰ ਸੇਵਾ ਨਹੀਂ ਛੱਡੀ। ਸਾਹਿਬਜ਼ਾਦੇ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ ਬਾਬਾ ਜੁਝਾਰ ਸਿੰਘ ਜੀ ਦਾ, ਕਈ ਸਾਲ ਹੋ ਗਏ। ਬਾਬਾ ਜੁਝਾਰ ਸਿੰਘ ਜੀ ਹੁਣ ਵਧੀਆ ਚੱਲਣ ਫਿਰਨ ਲੱਗ ਪਏ, ਦੌੜਨ ਭੱਜਣ ਲੱਗ ਪਏ। ਪਰ ਮਾਤਾ ਜੀਤੋ ਜੀ ਨੇ ਸੇਵਾ ਵਿੱਚ ਕੋਈ ਫਰਕ ਨਾ ਪੈਣ ਦਿੱਤਾ। ਪਾਇਸ ਬਣੇ ਪਾਏ ਵਿੱਚ ਮੇਵੇ। ਬੜੇ ਸੋਹਣੇ ਸਵਾਦਿਸ਼ਟ ਪੁਲਾਓ ਤਿਆਰ ਕਰਦੇ ਨੇ, ਚਾਵਲ ਤਿਆਰ ਕਰਦੇ ਨੇ, ਮੇਵੇ ਆਦਿਕ ਪਾ ਪਾ ਕੇ
ਰੀਝ ਦੇ ਨਾਲ ਭੋਜਨ ਬਣਾਉਂਦੇ ਹਨ ਅਤਿਥੀਆਂ ਕੋ ਹਕਾਰ ਬਹੁ ਤੇ ਦੇਵੇ। ਜੋ ਵੀ ਆਉਂਦਾ ਲੋੜਵੰਦ, ਜੋ ਵੀ ਸ਼ੁਦਾ ਤੁਰ ਆਉਂਦਾ, ਜੋ ਵੀ ਜ਼ਰੂਰਤਮੰਦ ਆਉਂਦਾ, ਮਾਤਾ ਜੀ ਉਹਨਾਂ ਨੂੰ ਬੜੇ ਅਦਬ ਤੇ ਪਿਆਰ ਨਾਲ ਬੁਲਾ ਕੇ ਬੜੇ ਆਦਰ ਸਹਿਤ ਭੋਜਨ ਛਕਾਉਂਦੇ। ਚਾਹਤ ਚਿਤ ਪ੍ਰਸੰਤਾ ਪਤ ਕੀ। ਚਾਹਤ ਚਿੱਤ, ਹੁਣ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਤ ਨੇ ਸਿਰ ਦੇ ਸਾਈਂ ਨੇ ਇਹ ਬਚਨ ਕੀਤਾ ਸੀ, ਸੇਵਾ ਕਰਨੀ ਸੰਗਤ ਦੀ, ਮਨ ਨੀਵਾ ਰੱਖਣਾ, ਸ਼ਰਧਾ ਨਾਲ ਭਾਵ ਨਾਲ ਸੇਵਾ ਕਰਨੀ। ਸੋ ਇਸ ਸੇਵਾ ਨਾਲ ਅਸਲ 'ਚ ਲੋੜਵੰਦਾਂ ਦੀ ਤੇ ਮਦਦ ਹੁੰਦੀ ਸੀ, ਪਰ ਇਸ਼ਟ ਜਾਣ ਕੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਣਾ, ਗੁਰੂ ਕੀ ਖੁਸ਼ੀ ਲੈਣੀ, ਇਹ ਮਾਤਾ ਜੀਤੋ ਜੀ ਦੀ ਤਮੰਨਾ ਸੀ। ਨਿਮਰੀ ਰਹਿ ਸਦਾ ਗਤ ਮਨ ਕੀ। ਬਹੁਤ ਨਿਮਰਤਾ ਦੀ ਮੂਰਤ ਸਨ ਮਾਤਾ ਜੀਤੋ ਜੀ। ਹਰ ਵੇਲੇ ਨਿਮਰਤਾ, ਪ੍ਰੇਮ, ਸ਼ਰਧਾ, ਭਾਵਨਾ, ਸੇਵਾ ਵਿੱਚ ਡਟੇ ਰਹਿੰਦੇ। ਔਰ ਇਤਿਹਾਸ ਕਹਿੰਦਾ ਵੀ ਬਹੁਤ ਨਿਮਰਤਾ ਨਾਲ ਭਰੇ ਹੋਏ ਸੀ ਮਾਤਾ ਜੀ, ਬਹੁਤ ਨਿਮਰਤਾ ਨਾਲ। ਹਰ ਬੋਲ ਨਿਮਰਤਾ ਦੇ ਵਿੱਚ ਸਰਸ਼ਾਰ ਹੁੰਦਾ। ਵਿਖੇ ਨਗਨ ਕੋ ਬਸਨ ਕੂੜਾ ਹੈ। ਜੇ ਕੋਈ ਨਿਰਵਸਤਰ ਵੇਖਣਾ ਤੇ ਕੀਮਤੀ ਕੱਪੜੇ ਵੀ ਕੋਲ ਹੋਣੇ, ਉਹ ਵੀ ਉਹਨੂੰ ਉਡਾ ਦੇਣੇ, ਉਹਨੂੰ ਪਹਿਨਣ ਵਾਸਤੇ, ਓੜਨ ਵਾਸਤੇ ਚਾਦਰ, ਦੁਸ਼ਾਲਾ ਆਦਿਕ ਲੋੜਵੰਦ ਨੂੰ ਉਸੇ ਛਿਨ ਮਾਤਾ ਜੀ ਦੇ ਦਿੰਦੇ। ਤਿਮ ਸੰਤਨ ਸਿੱਖ ਸੇਵ ਕਮਾਹੇ। ਇਦਾਂ ਗੁਰਸਿੱਖਾਂ ਦੀ, ਰੱਬ ਦੇ ਪਿਆਰਿਆਂ ਦੀ ਸੇਵਾ ਕਰਕੇ ਮਾਤਾ ਜੀਤੋ ਜੀ ਖੁਸ਼ੀ ਪ੍ਰਾਪਤ ਕਰਦੇ। ਪਤ ਮੂਰਤ ਉਰ ਮੈਂ ਦ੍ਰਿੜ ਵਾਸੇ। ਹਰ ਵੇਲੇ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪ੍ਰੇਮ ਮੂਰਤ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ। ਨਿਸ ਦਿਨ ਪ੍ਰੇਮ ਵਧਿਓ ਬਿਨਾਸੇ। ਦਿਨ ਪ੍ਰਤੀ ਦਿਨ ਹੋਰ ਸ਼ਰਧਾ, ਹੋਰ ਭਾਵਨਾ, ਹੋਰ ਸਨੇਹ, ਜਿਉਂ-ਜਿਉਂ ਬਚਨ ਕਮਾਉਂਦੇ, ਜਿਉਂ-ਜਿਉਂ ਗੁਰੂ ਕਾ ਹੁਕਮ ਮੰਨਦੇ, ਦਿਨ ਪ੍ਰਤੀ ਦਿਨ ਹੋਰ ਪ੍ਰੇਮ, ਉਮਾ, ਸ਼ਰਧਾ, ਭਾਵਨਾ ਵੱਧਦੀ ਜਾਂਦੀ। ਅਧਿਕ ਰਹਿ ਦਰਸ਼ਨ ਕੀ ਲਾਲਸ। ਅਧਿਕ ਰਹਿ ਦਰਸ਼ਨ ਕੀ ਲਾਲਸ। ਇਹ ਹੈ ਸਾਧ ਸੰਗਤ ਉਮਾ ਪ੍ਰੇਮ ਦਾ। ਜਿੰਨੇ ਦਰਸ਼ਨ ਕਰਦੇ, ਹੋਰ ਦਰਸ਼ਨਾਂ ਦੀ ਤਲਬ ਜਾਗ। ਜਿੰਨੀ ਵਾਰੀ ਦੀਦ ਕਰਦੇ, ਗੁਰੂ ਸਾਹਿਬ ਜੀ ਦੇ ਦੀਦਾਰ ਕਰਦੇ, ਉਨੀ ਹੋਰ ਤਲਬ ਜਾਗਦੀ ਵੀ ਹੋਰ ਦਰਸ਼ਨ ਕਰੀਏ। ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤਰ ਕੀ ਨਿਆਈ। ਸੋ ਅਧਿਕ ਭਾਵਨਾ, ਬੇਅੰਤ ਉਮਾ, ਬੇਅੰਤ ਸ਼ਰਧਾ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਬਣੀ ਰਹਿੰਦੀ। ਸੇਵਾ ਕਰਤ ਨਾ ਠਾਨੈ ਆਲਸ। ਹਾਂ, ਇੱਕ ਬੜਾ ਵੱਡਾ ਗੁਣ ਸੀ ਮਾਤਾ ਜੀਤੋ ਜੀ ਦਾ। ਜਿੱਥੇ ਉਹ ਨਿਮਰਤਾ ਦੇ ਪੁੰਜ ਸਨ, ਉੱਥੇ ਸੇਵਾ ਕਰਨ ਲੱਗਿਆਂ ਕਦੀ ਆਲਸ ਨਹੀਂ ਸੀ ਕਰਦੇ। ਸਵੇਰ ਸ਼ਾਮ ਜਦੋਂ ਵੀ ਆਰਾਮ ਦਾ ਵਕਤ ਹੋਣਾ, ਭਾਵੇਂ ਕੋਈ ਵੀ ਸਮਾਂ ਹੋਣਾ, ਤੇ ਜਦੋਂ ਕੋਈ ਲੋੜਵੰਦ ਆਉਣਾ, ਸੇਵਾ ਦੀ ਜ਼ਰੂਰਤ ਪੈਣੀ, ਭੁੱਖਾ ਕੋਈ, ਪਿਆਸਾ ਕੋਈ, ਕੋਈ ਜ਼ਰੂਰਤਮੰਦ, ਧਨਹੀਣ, ਵਸਤਰਹੀਣ, ਉਸੇ ਛਿਨ ਬੜੇ ਚਾਅ ਨਾਲ, ਉਸੇ ਛਿਨ ਕਦੀ ਆਲਸ ਨਾ ਕਰਨਾ। ਉਦਮੀ ਸਨ ਮਾਤਾ ਜੀਤੋ ਜੀ। ਤਤ ਛਿਨ ਸੇਵਾ ਵਿੱਚ ਹਾਜ਼ਰ ਹੋ ਜਾਣਾ। ਦੀਨ ਹਿਰਦੇ ਤੇ ਮੋਦ ਕਨੇਰਾ। ਹੁਣ ਵੇਖੋ, ਭਾਵਨਾ ਹੈ ਨਾ ਜੀ, ਸ਼ਰਧਾ ਨੂੰ ਫਲ ਲੱਗਣਾ। ਸੇਵਾ ਬਿਰਥੀ ਨਹੀਂ ਜਾਣੀ। ਸੇਵਾ ਵੀ ਇੱਕ ਬੀਜ ਹੀ ਹੈ, ਜਿਹਨੂੰ ਸੁੱਖਾਂ ਦਾ ਫਲ ਲੱਗਦਾ ਹੈ। ਮਨ ਚਿੰਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਮਨ ਦੀਆਂ ਭਾਵਨਾਵਾਂ ਪ੍ਰਫੁੱਲਤ ਹੁੰਦੀਆਂ ਨੇ, ਜਿਹੜੇ ਇਦਾਂ ਦੀਨ ਹੋ ਕੇ ਪ੍ਰੇਮ 'ਚ ਭਿੱਜ ਕੇ ਸੇਵਾ ਕਰਦੇ ਆ। ਤੋ ਮਾਤਾ ਜੀਤੋ ਜੀ ਨੇ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਸਫਲ ਮਨੋਰਥ ਕਰਤ ਸਵੇਰਾ। ਸਾਧ ਸੰਗਤ, ਇਸ ਤਰ੍ਹਾਂ ਮਨ ਦੇ ਮਨੋਰਥ ਪੂਰੇ ਹੋਏ। ਸਕਲ ਜਾਮਣੀ ਮਹਿਲ ਬਤਾਈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਜੀ ਬੜੇ ਪ੍ਰਸੰਨ ਹੁੰਦੇ ਮਾਤਾ ਜੀਤੋ ਜੀ ਦੀ ਸੇਵਾ ਤੇ, ਕਿਉਂਕਿ ਇਸ ਸੇਵਾ ਦੇ ਵਿੱਚ ਅਸਲ 'ਚ ਬੰਦਗੀ ਸੀ, ਸਵਾਰਥ ਨਹੀਂ ਸੀ, ਅਸਲ 'ਚ ਕਾਮਨਾ ਨਹੀਂ ਸੀ। ਇਹ ਸੇਵਾ ਹੀ ਬੰਦਗੀ ਬਣ ਗਈ ਹੋਈ ਸੀ, ਇਬਾਦਤ ਬਣ ਗਈ ਹੋਈ ਸੀ। ਸੋ ਜਦੋਂ ਸੇਵਾ ਭਾਵਨਾ ਵਿੱਚ ਕੋਈ ਮਿਟ ਜਾਂਦਾ ਹੈ, ਹੰਕਾਰ ਮਿਟਾ ਦਿੰਦਾ ਹੈ, ਮਨ ਨੀਵਾਂ ਕਰ ਲੈਂਦਾ ਹੈ, ਸੇਵਾ ਹੁਕਮ ਦੀ ਕਾਰ ਬਣ ਜਾਂਦੀ ਆ, ਉਦੋਂ ਇਸ਼ਟ ਟੁੱਟਦਾ। ਸਾਧ ਸੰਗਤ, ਇਸ ਕਦਰ ਮਾਤਾ ਜੀਤੋ ਜੀ ਦੀ ਸੇਵਾ ਪ੍ਰਵਾਨ ਚੜੀ। ਆਏ ਵੈਰ ਹੋਤ ਅਰੁਣਾਈ ਅਰੁਣੋਦਿਆ ਅੰਮ੍ਰਿਤ ਵੇਲਾ ਹੋਣਾ। ਸੱਚੇ ਪਾਤਸ਼ਾਹ ਹਜ਼ੂਰ ਨੇ ਹਰ ਵੇਲੇ ਦਰਸ਼ਨ ਦੇਣੇ ਮਾਤਾ ਜੀ ਨੂੰ।
ਮਾਤਾ ਜੀ ਨੇ ਸੇਵਾ ਕਰਕੇ ਪ੍ਰਸੰਨਤਾ ਪਾਉਣੀ। ਸੋ ਇਸ਼ਨਾਨ ਠਾਣ ਗੁਰ ਪੂਰੇ। ਗੁਰੂ ਸਾਹਿਬ ਜੀ ਦੇ ਇਸ਼ਨਾਨ ਪਾਣ ਵਾਸਤੇ ਪ੍ਰਬੰਧ ਕਰਨਾ, ਇਸ਼ਟ ਜਾਣ ਕੇ ਨਾ ਜੀ, ਦੁਨਿਆਵੀ ਰਿਸ਼ਤਾ ਜਾਣ ਕੇ ਨਹੀਂ, ਭਾਵਨਾ ਚ ਭਿੱਜੀ ਮੁਰੀਦ ਬਣ ਕੇ ਆਤਮਿਕ ਜੀਵਨ ਦੀਆਂ ਸਿਖਰਾਂ ਨੂੰ ਛੁਹਿਆ ਮਾਤਾ ਜੀਤੋ ਜੀ ਨੇ। ਬ੍ਰਹਮ ਗਿਆਨ ਦੀ ਮੂਰਤ ਬਣੇ ਮਾਤਾ ਜੀਤੋ ਜੀ। ਸੋ ਗੁਰੂ ਪਾਤਸ਼ਾਹ ਜੀ ਦੀ ਸੇਵਾ ਵਿੱਚ ਮਨ ਕਰਕੇ, ਭਾਵਨਾ ਕਰਕੇ, ਸ਼ਰਧਾ ਕਰਕੇ, ਰੱਬ ਜਾਣ ਕੇ ਸਤਿਗੁਰ ਜੀ ਨੂੰ ਹਰ ਵੇਲੇ ਮਾਤਾ ਜੀਤੋ ਜੀ ਹਾਜ਼ਰ ਰਹਿੰਦੇ। ਬੈਠੇ ਦੇ ਦਰਸ਼ਨ ਮੁਖ ਰੂਰੇ। ਮੁਖਾਰਬਿੰਦ ਦੇ ਦੀਦਾਰ ਕਰਦੇ, ਦੇ ਦਰਸ਼ਨ ਮੁਖ ਰੂਰੇ। ਸੋਹਣੇ ਸੁੰਦਰ ਮੁਖੜੇ ਦੇ ਮਾਤਾ ਜੀਤੋ ਜੀ ਨਿਤ ਦੀਦਾਰ ਕਰਦੇ। ਭਈ ਸਾਗਰ ਮੈਂ ਦੂਜੀ ਵਾਰ। ਸੋ ਗੁਰੂ ਸਾਹਿਬ ਜੀ ਦੀ ਮਿਹਰਾਮਤ ਸਦਕਾ, ਰੱਬੀ ਬਖਸ਼ਿਸ਼ ਸਦਕਾ ਮਾਤਾ ਜੀਤੋ ਜੀ ਦੀ ਕੁੱਖੋਂ ਵਾਰੀ-ਵਾਰੀ 3 ਸਾਹਿਬਜ਼ਾਦਿਆਂ ਨੇ ਜਨਮ ਲਿਆ, ਆਗਮਨ ਹੋਇਆ। ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸਾਸ। ਜਿੱਥੇ ਰੂਹਾਨੀ ਜੀਵਨ ਦੀਆਂ ਉੱਚੀਆਂ ਉਡਾਰੀਆਂ ਲਾਈਆਂ, ਆਤਮਿਕ ਉੱਚੀ ਅਵਸਥਾ ਦੇ ਸਵਾਮੀ ਮਾਲਕ ਬਣੇ ਮਾਤਾ ਜੀਤੋ ਜੀ, ਉੱਥੇ ਰੱਬੀ ਬਖਸ਼ਿਸ਼ਾਂ ਇਹ ਵੀ ਵਰਤੀਆਂ ਕਿ 3 ਸਾਹਿਬਜ਼ਾਦਿਆਂ ਨੇ ਮਾਤਾ ਜੀਤੋ ਜੀ ਦੀ ਕੁੱਖੋਂ ਜਨਮ ਲਿਆ। ਸ੍ਰੀ ਜੀਤੋ ਮਨ ਆਨੰਦ ਉਦਾਰ। ਕੁਦਰਤੀ ਆ ਵੱਡਾ ਮਨ ਆਨੰਦ ਵਿੱਚ ਖੀਵਾ ਹੋਇਆ, ਆਨੰਦ ਭਰਪੂਰ ਹੋਇਆ। ਜੋਰਾਵਰ ਸਿੰਘ ਸੁੰਦਰ ਸੋਹੇ। ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸੁੰਦਰ ਸਰੂਪ ਵਾਲੇ, ਜਿਨ੍ਹਾਂ ਨੇ ਇਸ ਧਰਤੀ ਉੱਤੇ ਸ਼ਹੀਦੀ ਪਾਈ ਤੇ ਧਰਤੀ ਨੂੰ ਅਮਰ ਕਰ ਦਿੱਤਾ। ਉਹਨਾਂ ਦਾ ਆਗਮਨ ਵੀ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ। ਖੇਲਤ ਵਿਚਰਤ ਪੱਗ ਬਲ ਹੋਏ। ਖੇਲਤ ਵਿਚਰਤ ਪੱਗ ਬਲ ਹੋਏ। ਹੌਲੀ ਹੌਲੀ ਖੇਲਦਿਆਂ ਵਿਚਰਦਿਆਂ ਕ੍ਰਮਵਾਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਫਿਰ ਬਾਬਾ ਜੋਰਾਵਰ ਸਿੰਘ ਜੀ ਬਲਵਾਨ ਹੋਏ। ਜੇਵਰ ਜੇਬ ਜਵਾਹਰ ਜਰੇ। ਰੀਝ ਦੇ ਨਾਲ ਮਾਤਾ ਜੀਤੋ ਜੀ ਸਾਹਿਬਜ਼ਾਦਿਆਂ ਨੂੰ ਪਾਲਦੇ ਦੁਲਾਰਦੇ ਹਨ। ਦੌੜਤ ਅੰਗਣ ਨਾਦਤ ਖਰੇ। ਦੌੜਦੇ ਨੇ। ਬਾਬਾ ਜੁਝਾਰ ਸਿੰਘ ਜੀ ਸਿਆਣੇ ਹੋ ਗਏ ਨੇ, ਉਹ ਬਾਹਰ ਭੱਜਦੇ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਕੇ ਵਿਹੜੇ ਵਿੱਚ, ਆਂਗਣ ਵਿੱਚ ਖੇਲਦੇ ਹਨ। ਦੁੱਤੀ ਅਜੀਤ ਸਿੰਘ ਵਿੱਚ ਰੰਤੇ। ਇੱਕ ਪਾਸੇ ਬਾਬਾ ਅਜੀਤ ਸਿੰਘ ਜੀ ਦੌੜਦੇ ਭੱਜਦੇ, ਇੱਕ ਪਾਸੇ ਬਾਬਾ ਜੁਝਾਰ ਸਿੰਘ ਜੀ। ਬਾਬਾ ਜੁਝਾਰ ਸਿੰਘ ਜੀ ਵੀ ਸਰੀਰ ਕਰਕੇ ਵੱਡੇ ਹੋਏ, ਤੇ ਉਹ ਵੱਡੇ ਭਰਾਤਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਦੌੜਦੇ ਭੱਜਦੇ ਨੇ। ਦਾਸੀ ਦਾਸ ਸਾਥ ਰਖਿਅੰਤੇ। ਦਾਈ ਦਾਇਆ ਜਿਹੜੇ ਟਹਿਲੂਏ ਸੇਵਕ ਸਨ, ਉਹ ਹਰ ਵੇਲੇ ਸਾਹਿਬਜ਼ਾਦਿਆਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ। ਮਿਲ ਦਵੈ ਭਰਾਤਾ ਖੇਲਤ ਕਬੈ। ਦੋਨੋਂ ਭਰਾ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ, ਦੋਨੋਂ ਭਰਾ ਖੇਲਦੇ ਹਨ। ਸੁੰਦਰਤਾ ਸਰੀਰ ਮੈਂ ਸਭੈ। ਅੱਤ ਦੇ ਸੋਹਣੇ ਸੁਨੱਖੇ ਹਨ, ਸੁੰਦਰਤਾ ਦਾ ਮੁਜੱਸਮਾ ਹਨ ਗੁਰੂ ਕੇ ਲਾਲ। ਵਿਖੇ ਸੰਗਤਾਂ ਹਰਖੈ ਬੰਦੇ। ਸੰਗਤਾਂ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦੀਆਂ ਤੇ ਮਨ ਖੀਵਾ ਹੋ ਜਾਂਦਾ। ਹਰਖ ਵਿੱਚ, ਖੁਸ਼ੀ ਵਿੱਚ ਸੰਗਤ ਭਰ ਜਾਂਦੀ ਜਦੋਂ ਗੁਰੂ ਸਾਹਿਬ ਜੀ ਦੇ ਨਾਲ ਸਾਹਿਬਜ਼ਾਦਿਆਂ ਦੇ ਵੀ ਦਰਸ਼ਨ ਕਰਦੇ। ਸੁੰਦਰ ਸਤਿਗੁਰ ਬੰਸ ਬਿਲੰਦ ਹੈ। ਤੇ ਸਭ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵੰਸ਼ ਸੁੰਦਰ ਵੰਸ਼ ਅੱਗੇ ਫੈਲੀ ਹੈ। ਜਹ ਕੈ ਦੇਸ਼ ਵਿਦੇਸ਼ਨ ਵਿਖੈ। ਚੌਂ ਕੁੰਟਾਂ ਤੇ ਜਿੱਥੋਂ ਜਿੱਥੋਂ ਗੁਰਸਿੱਖ ਆਉਂਦੇ, ਦੇਸ਼ ਵਿਦੇਸ਼ ਦੇ ਅੰਦਰ ਕਰੈ ਸਰਾਹਨ ਪੁਨ ਪੁਨ ਪਿਖੈ। ਸਭ ਕੋਈ ਸਾਹਿਬਜ਼ਾਦਿਆਂ ਦੀ ਸਰਾਹਨਾ ਕਰਦੇ। ਸੋਹਣੇ ਸੁਨੱਖੇ ਨੇ। ਗੁਰੂ ਸਾਹਿਬ ਜੀ ਦੇ ਪ੍ਰੇਮ ਵਾਲੀ ਜਿਹੜੀ ਝਲਕ ਹੈ ਉਹ ਨਜ਼ਰ ਆਉਂਦੀ ਹੈ, ਆਭਾ ਨਜ਼ਰ ਆਉਂਦੀ ਹੈ, ਦੇਵੀ ਗੁਣ ਨਜ਼ਰ ਆਉਂਦੇ ਨੇ। ਤੋ ਚੌਂ ਕੁੰਟਾਂ ਤੋਂ ਆਉਣ ਵਾਲੇ ਸਿੱਖ ਗੁਰੂ ਲਾਲਾਂ ਦੀ ਸੋਭਾ ਕਰਦੇ ਨੇ। ਸ੍ਰੀ ਗੁਜਰੀ ਜੁਗ ਪੁੱਤਰ ਹਕਾਰੈ। ਮਾਤਾ ਗੁਜਰੀ ਜੀ ਵੀ ਦੋਨਾਂ ਪੋਤਰਿਆਂ ਦੇ ਪਿੱਛੇ ਪਿੱਛੇ ਭੱਜ ਕੇ, ਉਹਨਾਂ ਦੇ ਨਾਲ ਦੌੜ ਕੇ, ਖੇਲ ਕੇ ਮਾਤਾ ਗੁਜਰੀ ਬੜੇ ਪ੍ਰਸੰਨ ਹੁੰਦੇ। ਬਾਰ ਬਾਰ ਕਰ ਪਾਸ ਬਿਠਾਰੈ। ਬਾਰ ਬਾਰ ਲਾਲਾਂ ਨੂੰ ਆਪਣੀ ਗੋਦੀ 'ਚ ਬਿਠਾ ਲੈਂਦੇ। ਧੰਨ ਪੂਜਨੀਕ ਮਾਤਾ ਗੁਜਰੀ ਜੀ। ਬਸਨ ਵਿੱਚ ਭੂਖਨ ਅੰਗ ਸੁਧਾਰੇ। ਰੀਝ ਦੇ ਨਾਲ ਨਾ ਮਾਤਾ ਜੀ ਨੂੰ ਬੜੀ ਰੀਝ ਹੁੰਦੀ ਕਿ ਸੋਹਣੇ ਸੋਹਣੇ ਕੱਪੜੇ ਸਾਹਿਬਜ਼ਾਦਿਆਂ ਦੇ ਤਨ ਦੇ ਉੱਤੇ ਸ਼ੋਭਨੀਕ ਹੋਵਣ। ਹੇਰ ਹੇਰ ਕਰ ਆਨੰਦ ਧਾਰਹਿ। ਜਿਨ੍ਹਾਂ ਨੂੰ ਵੇਖ ਵੇਖ ਕੇ ਫਿਰ ਸੋਹਣੀ ਚਾਲ, ਸੋਹਣੇ ਗੁਣ, ਸੋਹਣੀ ਬੋਲ ਬਾਣੀ ਮਾਤਾ ਗੁਜਰੀ ਜੀ ਵੇਖ ਵੇਖ ਕੇ ਬੜੇ ਆਨੰਦਿਤ ਹੁੰਦੇ।
ਨਿਜ ਹੱਥਨ ਚਵਾਏ ਆਹਾਰਾ। ਆਪਣੇ ਹੱਥਾਂ ਨਾਲ ਗੋਦੀ 'ਚ ਬਿਠਾ ਕੇ ਇਦਾਂ ਪਾਲਿਆ ਮਾਤਾ ਗੁਜਰੀ ਜੀ ਨੇ ਨਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੂੰ, ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਰਹੀ ਗੋਦ ਵਿੱਚ ਨਾ। ਪੌਣੇ ਕੁ 2 ਵਰਿਆਂ ਦੇ ਸੀ ਬਾਬਾ ਫਤਿਹ ਸਿੰਘ ਜਦੋਂ ਮਾਤਾ ਜੀਤੋ ਜੀ ਸੱਚਖੰਡ ਪਿਆਨਾ ਕਰ ਗਏ। ਤੋ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਵੀ, ਵੱਡਿਆਂ ਸਾਹਿਬਜ਼ਾਦਿਆਂ ਨੂੰ ਵੀ ਮਾਤਾ ਗੁਜਰੀ ਜੀ ਨੇ ਹੱਥੀਂ ਮੂੰਹ ਵਿੱਚ ਗਰਾਈਆਂ ਪਾ ਕੇ ਨਾ ਫਿਰ ਪਾਲਿਆ ਜੀ। ਉਹ ਬੜੀ ਰੀਝ ਦੇ ਨਾਲ, ਜਿਵੇਂ ਮਾਵਾਂ ਦੀ ਸਨੇਹ ਹੁੰਦਾ, ਮਾਂ ਚਾਹੁੰਦੀ ਆ ਵੀ ਮੇਰੇ ਲਾਲ ਦੇ, ਮੇਰੇ ਬੱਚੇ ਦੇ ਮੂੰਹ ਵਿੱਚ ਵਸਤੂ ਪਵੇ ਤੇ ਮੈਨੂੰ ਸੰਤੁਸ਼ਟੀ ਹੈ। ਸੋ ਇਸ ਤਰ੍ਹਾਂ ਨਿਜ ਹੱਥਨ ਅਚਵਾਏ ਆਹਾਰਾ, ਆਪਣੇ ਹੱਥਾਂ ਦੇ ਨਾਲ ਅਚਵਾਏ ਮਤਲਬ ਭੋਜਨ ਛਕਾਉਣਾ। ਮੂੰਹ ਵਿੱਚ ਬੁਰਕੀਆਂ ਗਰਾਈਆਂ ਮਾਤਾ ਜੀ ਗੁਜਰੀ ਜੀ ਪਾਉਂਦੇ ਨੇ। ਕਰੇ ਸਭ ਪ੍ਰੇਮ ਪੁੱਤਰ ਪ੍ਰਤਪਾਰਾ। ਬਹੁਤੇ ਪਿਆਰ ਨਾਲ ਮਾਤਾ ਗੁਜਰੀ ਜੀ ਨੇ ਪੋਤਿਆਂ ਨੂੰ ਪਾਲਿਆ ਹੈ। ਦੋਨੋਂ ਵਿਚਰਤ ਕਬ ਚੱਲ ਆਵੇਂ। ਆਪਣੀ ਮੌਜ ਵਿੱਚ ਕਦੀ ਤੇ ਮਾਤਾ ਜੀ ਆਪ ਬੁਲਾਉਂਦੇ ਸਾਹਿਬਜ਼ਾਦਿਆਂ ਨੂੰ, ਤੇ ਕਦੀ ਕਦੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਦੋਨੋਂ ਵਿਚਰਦੇ, ਖੇਲਦੇ, ਮਲਦੇ, ਦੌੜਦੇ, ਇੱਧਰ ਉੱਧਰ ਕੁੱਦਦੇ ਹੋਏ ਭੱਜ ਕੇ ਆ ਕੇ ਧੰਨ ਮਾਤਾ ਜੀਤੋ ਗੁਜਰੀ ਜੀ ਦੀ ਗੋਦੀ ਵਿੱਚ ਬੈਠ ਜਾਂਦੇ। ਸਾਥ ਆਦਾਬ ਪਿਤਾ ਸਿਰ ਨਿਆਵੇਂ। ਜਦੋਂ ਵੀ ਸਭਾ ਵਿੱਚ ਆਉਂਦੇ ਨਾ ਜੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਸਾਥ ਅਦਾਇਬ ਸਭਾ ਸਿਰ ਨਿਆਵੇਂ। ਗੁਰੂ ਕੀ ਸਭਾ 'ਚ ਬੜੇ ਅਦਬ ਦੇ ਨਾਲ, ਬੜੀ ਦਾਨਿਸ਼ਬੰਦੀ ਦੇ ਨਾਲ ਨਾ, ਬੜੇ ਸੰਜੀਦਗੀ ਦੇ ਨਾਲ, ਬਾਲ ਉਮਰਾਂ ਨੇ ਪਰ ਬੜੇ ਦਾਨਿਆਂ ਵਾਂਗ ਅਦਬ ਸਹਿਤ ਗੁਰਮਰਿਆਦਾ ਨੂੰ ਧਿਆਨ 'ਚ ਰੱਖ ਕੇ, ਗੁਰੂ ਦਰਬਾਰ ਦੀ ਮਰਿਆਦਾ ਦਾ ਖਿਆਲ ਰੱਖ ਕੇ, ਗੁਰੂ ਕੇ ਨੰਨੇ ਨੰਨੇ ਲਾਲ ਅਦਬ ਸਨਮਾਨ ਨਾਲ ਸੀਸ ਝੁਕਾਉਂਦੇ। ਨਿਕਟ ਬਿਠਾਏ ਕਹੈ ਗੁਰਪੂਰੇ। ਗੁਰੂ ਸਾਹਿਬ ਜੀ ਵੀ ਸਾਹਿਬਜ਼ਾਦਿਆਂ ਨੂੰ ਆਪਣੇ ਕੋਲ ਬਿਠਾ ਲੈਂਦੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਜਦੋਂ ਕਦੇ ਅਦਬ 'ਚ ਆ ਕੇ ਦਾਨਿਆਂ ਵਾਂਗ ਸਿਰ ਝੁਕਾ ਕੇ ਬੈਠਦੇ, ਤੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੋਨਾਂ ਲਾਲਾਂ ਨੂੰ ਬੜੇ ਪਿਆਰ ਨਾਲ, ਸਨੇਹ ਨਾਲ ਆਪਣੇ ਕੋਲ ਬੁਲਾ ਲੈਂਦੇ। ਹੋਏ ਸ਼ਸਤਰ ਧਾਰੇ ਜੁਗ ਸੂਰੇ। ਤੇ ਮਹਾਰਾਜ ਜੀ ਨਾ ਬਚਨ ਕਰਦੇ ਜੀ, ਵੇਖੋ ਅਸੀਸਾਂ ਕੈਸੀਆਂ ਵੀ ਮੇਰੇ ਲਾਲ ਸੂਰਮੇ ਹੋਣਗੇ, ਸ਼ਸਤਰ ਧਾਰੀ ਹੋਣਗੇ, ਜ਼ੁਲਮ ਨੂੰ ਠੱਲ ਪਾਉਣ ਵਾਲੇ ਹੋਣਗੇ, ਜ਼ਿੰਦਗੀਆਂ ਧਰਮ ਤੋਂ ਕੁਰਬਾਨ ਕਰਨ। ਇੱਕ ਰੀਝਾਂ ਹੁੰਦੀਆਂ ਨਾ ਮਾਂ ਪਿਓ ਦੀਆਂ ਵੀ, ਜਿਹੜੀਆਂ ਉਹ ਆਪਣੇ ਬੱਚਿਆਂ ਕੋਲੋਂ ਆਸਾਂ ਰੱਖਦੇ। ਦੁਨਿਆਵੀ ਤੌਰ ਤੇ ਕਈ ਵਾਰੀ ਸਵਾਰਥ ਵਿੱਚ ਗਰਸੇ ਹੋਏ ਮਾਪੇ ਆਸਾਂ ਰੱਖਦੇ, ਸਾਡੇ ਬੱਚੇ ਪੈਸਾ ਬੜਾ ਕਮਾਉਣਗੇ, ਅਮੀਰੀ ਬੜੀ ਲਿਆਉਣਗੇ, ਕੋਠੀਆਂ ਵੱਡੀਆਂ ਪਾਉਣਗੇ, ਬੜੀ ਸ਼ੋਹਰਤ ਖੱਟਣਗੇ, ਬੜੀ ਤਰੱਕੀ ਕਰਨਗੇ, ਪੈਸਾ ਕਮਾਉਣਗੇ। ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕੀ ਰੀਝਾਂ ਸਨ ਕਿ ਮੇਰੇ ਪੁੱਤਰ ਧਰਮ ਲਈ ਕੁਰਬਾਨ ਹੋਣਗੇ, ਸੂਰਮੇ ਹੋਣਗੇ, ਯੋਧੇ ਹੋਣਗੇ, ਜ਼ੁਲਮ ਨੂੰ ਠੱਲ ਪਾਉਣ ਵਾਲੇ ਹੋਣਗੇ। ਅਕਸਰ ਕਦੀ ਕਦੀ ਸਾਹਿਬ ਜੀ ਦੇ ਕੋਲ ਜਦੋਂ ਲਾਲ ਜਾਂਦੇ ਤੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵੇਖ ਕੇ ਅਕਸਰ ਬਚਨ ਕਹਿੰਦੇ, ਹੇਰ ਸ਼ਸਤਰ ਧਾਰੀ ਜੁਗ ਸੂਰੇ। ਮਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ, ਹੋਏ ਸ਼ਸਤਰ ਧਾਰੀ। ਸਾਹਿਬ ਕਹਿਣ ਲੱਗੇ, ਸ਼ਸਤਰਾਂ ਦੇ ਧਨੀ ਹੋਣਗੇ ਮੇਰੇ ਲਾਲ, ਸ਼ਸਤਰਾਂ ਦੇ ਵੱਡੇ ਅਭਿਆਸੀ ਹੋਣਗੇ। ਇਦਾਂ ਦੀ ਮਨ ਵਿੱਚ ਤਮੰਨਾ ਹੈ ਵੀ ਇਦਾਂ ਦੀ ਪਰਵਰਿਸ਼ ਹੋਏ ਸਾਹਿਬਜ਼ਾਦੇ। ਜਾਂ ਫਿਰ ਇਹ ਕਹੀਏ ਵੀ ਭਵਿੱਖ ਨੂੰ ਵੇਖ ਕੇ ਸਤਿਗੁਰ ਜੀ ਇਦਾਂ ਦੇ ਬਚਨ ਆਖਦੇ। ਤੁਰਕ ਰਿਪਨ ਕੋ ਰਹਿ ਤਰਾਸਾ। ਮਾਰੇ ਕਹਿਣ ਲੱਗੇ, ਬਲੀ ਹੋਣਗੇ, ਸੂਰਮੇ ਹੋਣਗੇ, ਤੇ ਜਿਹੜੇ ਜ਼ਾਲਮ ਲੋਕਾਂ ਨੂੰ ਡਰਾਉਣ ਵਾਲੇ ਨੇ ਨਾ, ਉਹ ਜ਼ਾਲਮ ਸਾਹਿਬਜ਼ਾਦਿਆਂ ਦੇ ਨਾਂ ਤੋਂ ਡਰਿਆ ਕਰਨਗੇ। ਰਣ ਠਾਣੇ ਬਹੁ ਕਰੈ ਵਿਨਾਸ਼ਾ। ਇਹ ਰਣ ਦੇ ਧਨੀ ਹੋਣਗੇ ਤੇ ਵੱਡੇ ਬਲਕਾਰੀ ਹੋਣਗੇ। ਇਸ ਪ੍ਰਕਾਰ ਜੁਗ ਸਾਹਿਬ ਜਾਦੇ। ਇਦਾਂ ਸਾਧ ਸੰਗਤ ਦੋਨਾਂ ਸਾਹਿਬਜ਼ਾਦਿਆਂ ਦੀ ਪਰਵਰਿਸ਼ ਇਸ ਤਰ੍ਹਾਂ ਹੋਈ। ਇਦਾਂ ਦਾ ਵਾਤਾਵਰਨ, ਸਿੱਖ ਪਿਆਰ ਕਰਦੇ, ਮਾਤਾ ਗੁਜਰੀ ਜੀ ਲਾਡ ਲਡਾਉਂਦੇ, ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਬੜੇ ਸਨੇਹ ਨਾਲ ਲਾਲਾ ਨੂੰ ਹਰ ਵੇਲੇ ਧਿਆਨ ਦਿੰਦੇ, ਪਰਵਰਿਸ਼ ਵਿੱਚ ਖਿਆਲ ਉਹਨਾਂ ਦਾ ਰੱਖਦੇ। ਮਹਾਰਾਜ ਜੀ ਇਦਾਂ ਵੱਡੇ ਵੱਡੇ ਬਚਨਾਂ ਨਾਲ ਨਿਵਾਜਦੇ। ਇਹ ਮਹਾਬਲੀ ਨੇ, ਇਹ ਯੋਧੇ ਨੇ, ਸੂਰਮੇ ਨੇ, ਇਹ ਜ਼ੁਲਮ ਨੂੰ ਠੱਲ ਪਾਉਣ ਵਾਲੇ ਨੇ, ਦੁਸ਼ਮਣ ਨਾਲ ਟੱਕਰ ਲੈਣ ਵਾਲੇ, ਰਹਿਮਤਾਂ ਭਰੇ ਬੋਲ ਸਨ। ਅਸਲ 'ਚ ਸੱਚ ਪੁੱਛੋ ਤੇ ਅਸੀਸਾਂ ਸੀ ਭਵਿੱਖ ਦੀਆਂ, ਜਿਨ੍ਹਾਂ ਨੇ ਦੁਨੀਆ ਉੱਤੇ ਜ਼ਾਹਰਾ ਤੌਰ ਤੇ ਵਰਤਣਾ ਸੀ। ਫਿਰ ਇੱਕ ਦਿਨ ਇਦਾਂ ਦੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਸਾਹਿਬਜ਼ਾਦਿਆਂ ਉੱਤੇ ਕੀਤੀਆਂ। ਵਧੇ ਸਰੀਰ ਹੋਏ ਅਹਲਾਦੇ। ਵਧੇ ਹੌਲੀ ਹੌਲੀ ਸਰੀਰ ਬਲਵਾਨ ਹੋਣ ਲੱਗੇ।
ਤੇ ਬੜੇ ਸੋਹਣੇ ਲੱਗਣ ਲੱਗੇ। ਸ਼੍ਰੀ ਕਲਗੀਧਰ ਸੈਣ ਸਮੇਤਾ। ਧੰਨ ਧੰਨ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਖਾਲਸਾ ਫੌਜ ਸੀ ਜਿਹੜੀ ਸਿੱਖਾਂ ਦੀ, ਸ਼ਸਤਰਧਾਰੀ ਜਿਹੜੀ ਸਿੱਖ ਯੋਧਿਆਂ ਦੀ ਸੈਨਾ ਸੀ, ਉਹਨਾਂ ਦੇ ਸਮੇਤ ਕੜੈ ਅਖੇਰ ਬ੍ਰਿਤ ਕੇ ਹਿਤਾ। ਬੜੀ ਵਾਰ ਨਿਰਭਉ ਸਤਿਗੁਰ ਜੀ ਰਣਜੀਤ ਨਗਾਰੇ ਦੇ ਦਮਾਮੇ ਵਜਾਉਂਦੇ ਹੋਏ, ਜਕਾਰਿਆਂ ਦੀ ਗੂੰਜ ਵਿੱਚ, ਨਗਾਰਿਆਂ ਦੀ ਗੂੰਜ ਵਿੱਚ ਸੱਚੇ ਪਾਤਸ਼ਾਹ ਜੀ ਕਈ ਵਾਰੀ ਕੂਚ ਕਰਦੇ। ਵੇਮੁਖ ਹੋਏ ਲੂਟ ਤੇ ਫਿਰ ਪੜਿਓ। ਵੇਮੁਖ ਹੋਏ ਲੂਟ ਤੇ ਲਹੀ। ਸਾਧ ਸੰਗਤ, ਬਹੁਤ ਸਾਰੇ ਜਿਹੜੇ ਆਕੀ ਹੁੰਦੇ, ਜਿਹੜੇ ਗੁਰੂ ਸਾਹਿਬ ਜੀ ਦੇ ਬੇਪਰਤੀਤੇ ਬੁਰਾ ਚਿਤਵਣ ਵਾਲੇ ਵੀ ਸੀ ਨਾ, ਸਿੱਖਾਂ ਨਾਲ ਨਫ਼ਰਤ ਕਰਨ ਵਾਲੇ। ਕਈ ਵਾਰੀ ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਜੀ ਜਦੋਂ ਦਾ ਸਾਨੂੰ ਤੁਸੀਂ ਨੀਚਾਂ ਤੋਂ ਉੱਚ ਕੀਤਾ, ਜਾਤ ਹੰਕਾਰੀ ਸਾਡੇ ਨਾਲ ਨਫ਼ਰਤ ਕਰਦੇ। ਸੋ ਐਸੇ ਹੰਕਾਰੀਆਂ ਨੂੰ, ਐਸੇ ਬੇਮੁਖਾਂ ਨੂੰ, ਐਸੇ ਅਕਿਰਤ ਘਰਾਂ ਨੂੰ ਸਤਿਗੁਰੂ ਜੀ ਸਬਕ ਵੀ ਸਿਖਾਉਂਦੇ। ਰੱਛੈ ਮਿਲੈ ਆਣ ਕਰ ਜੇਹੀ। ਬਹੁਤ ਸਾਰੇ ਪ੍ਰੇਮ ਦੇ ਨਾਲ, ਸ਼ਰਧਾ ਨਾਲ ਆ ਕੇ ਮਿਲਦੇ। ਮਹਾਰਾਜ ਉਹਨਾਂ ਦੀ ਰਾਖੀ ਲਈ ਢਾਲ ਬਣ ਜਾਂਦੇ, ਉਹਨਾਂ ਦੀ ਸਤਿਗੁਰ ਜੀ ਰੱਖਿਆ ਕਰਦੇ। ਦੂਰ ਦੂਰ ਲਓ ਤੇਜ ਵਿਸ਼ਾਲਾ। ਚੌਂ ਕੁੰਟਾਂ ਉੱਤੇ ਦੂਰ ਦਰੇਡੇ ਹਰ ਪਾਸੇ ਸੱਚੇ ਪਾਤਸ਼ਾਹ ਜੀ ਦੇ ਵਿਸ਼ਾਲ ਤੇਜ ਪ੍ਰਤਾਪ ਦੀਆਂ ਬਾਤਾਂ ਹੁੰਦੀਆਂ। ਯੋਧਿਆਂ ਵਿੱਚ, ਸੂਰਮਿਆਂ ਵਿੱਚ, ਪਰਜਾ ਵਿੱਚ, ਰਾਜਿਆਂ ਵਿੱਚ ਗੁਰੂ ਕੇ ਤੇਜਸਵੀ ਜਲਾਲ ਦੀ ਚਰਚਾ ਹੁੰਦੀ। ਬਿਦਤ ਭਿਓ ਸਭ ਮਹਿ ਤਿਸ ਕਾਲਾ। ਇਹ ਜਿਹੜਾ ਗੁਰੂ ਕੀ ਸ਼ੋਭਾ ਦਾ ਨਗਾਰਾ ਸੀ ਨਾ, ਜਿਹੜਾ ਗੁਰੂ ਸਾਹਿਬ ਜੀ ਦਾ ਜਲਾਲ ਤੇਜ ਪ੍ਰਤਾਪ ਸੀ, ਇਹ ਚਾਰੇ ਪਾਸੇ ਸੁਣਾਈ ਦੇਣ ਲੱਗਾ। ਭੀਮ ਚੰਦ ਕੀ ਕਰੀ ਸਹਾਏ। ਮਹਾਰਾਜ ਸੱਚੇ ਬਾਦਸ਼ਾਹ ਨੇ ਵੇਖੋ, ਉਹੀ ਭੀਮ ਚੰਦ ਜਿਹੜਾ ਕਿਰਤ ਘਣ ਵੀ ਸੀ, ਦੁਸ਼ਮਣ ਵੀ ਬਣਿਆ, ਜਦੋਂ ਸ਼ਰਨ ਵਿੱਚ ਆਇਆ ਤੇ ਨਦੌਣ ਦੀ ਜੰਗ ਵਿੱਚ ਸਤਿਗੁਰੂ ਜੀ ਨੇ ਭੀਮ ਚੰਦ ਦੀ ਮਦਦ ਕੀਤੀ। ਅਲਫ ਖਾਨ ਕੋ ਦੀਨ ਭਜਾਏ। ਤੇ ਅਲਫ ਖਾਨ ਨੂੰ ਭਾਜੜਾਂ ਪਾ ਦਿੱਤੀਆਂ, ਜਿਹੜਾ ਚੜ ਕੇ ਆਇਆ ਸੀ। ਜਿਸ ਕੋ ਤੁਰਕ ਵਿਚਾਰਤ ਰਹੇ। ਹੁਣ ਇਸ ਗੱਲ ਦੇ ਨਾਲ ਮੁਗਲਾਂ ਤੇ ਵੀ ਪ੍ਰਭਾਵ ਪਿਆ। ਗੁਰੂ ਸਾਹਿਬ ਜੀ ਦੀ ਇਸ ਸੱਤਿਆ ਨੂੰ, ਇਸ ਬਲ ਨੂੰ, ਇਸ ਯੁੱਧ ਨੀਤੀ ਨੂੰ, ਇਸ ਜੰਗੀ ਸ਼ਕਤੀ ਨੂੰ ਵਕਤ ਦੇ ਮੁਗਲ ਰਾਜੇ ਵੀ ਪ੍ਰਤੀਤ ਕਰ ਰਹੇ ਸੀ। ਤੇ ਉਹ ਵੀ ਕੋਈ ਹੀਆ ਨਹੀਂ ਸੀ ਕਰਦਾ ਵੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਉੱਤੇ ਚੜ੍ਹਾਈ ਕਰੀਏ। ਲਰਨ ਗੁਰੂ ਸੰਕੋ ਚਿਤ ਚਹੇ। ਕਿਸੇ ਦੀ ਹਿੰਮਤ ਨਹੀਂ ਸੀ ਵੀ ਕੋਈ ਕਹਿੰਦਾ ਵੀ ਮੈਂ ਜਾ ਕੇ ਗੁਰੂ ਸਾਹਿਬ ਨਾਲ ਜੰਗ ਛੇੜਾਂਗਾ। ਮਹਾਵੀਰ ਬਰ ਜਾਣੈ ਮਨ ਮਹਿ। ਹਾਂ, ਇੱਕ ਗੱਲ ਇਹ ਲੋਹਾ ਮੰਨਦੇ ਸੀ ਜੀ, ਵੱਡੇ ਵੱਡੇ ਜਿਹੜੇ ਯੋਧੇ ਸਨ ਉਹ ਵੀ ਲੋਹਾ ਮੰਨਦੇ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਵੀਰ ਯੋਧੇ ਨੇ, ਉਹਨਾਂ ਦੇ 9 ਟੰਕੇ ਧੁਨਖ ਦੀ ਤਾਬ ਕੋਈ ਨਹੀਂ ਝੱਲ ਸਕਦਾ। ਇਸ ਵਾਸਤੇ ਵੱਡੇ ਵੱਡੇ ਸੂਰਮੇ ਸਤਿਗੁਰੂ ਜੀ ਦੇ ਸਾਹਮਣੇ ਆਉਣ ਤੋਂ ਕੰਨੀ ਕਤਰਾਉਂਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੂਰਮ ਗਤੀ ਦਾ, ਉਹਨਾਂ ਦੇ ਬਾਹੂ ਬਲ ਦਾ, ਉਹਨਾਂ ਦੇ ਤੇਜਸਵੀ ਜਲਾਲ ਦਾ, ਉਹਨਾਂ ਦੀ ਯੁੱਧ ਨੀਤੀ ਦਾ, ਉਹਨਾਂ ਦੇ ਜੰਗੀ ਤਰੀਕੇ, ਤੌਰ ਤਰੀਕਿਆਂ ਦਾ ਵੱਡੇ ਵੱਡੇ ਦੁਸ਼ਮਣ ਵੀ ਲੋਹਾ ਮੰਨਦੇ ਸੀ। ਤੇ ਉਹ ਕਹਿੰਦੇ ਸੀ ਨਹੀਂ, ਅਸੀਂ ਕਾਮਯਾਬ ਨਹੀਂ ਹੋ ਸਕਾਂਗੇ ਗੁਰੂ ਸਾਹਿਬ ਨਾਲ ਟੱਕਰ ਲੈ ਕੇ। ਮੁਗਲ ਵੀ ਇਸ ਪ੍ਰਭਾਵ ਨੂੰ ਕਬੂਲਦੇ ਸਨ। ਦੇਤ ਨ ਅਰਨ ਅਰਿਨ ਕੋ ਰਨ ਮੈਂ। ਕਿ ਜਿਨ੍ਹਾਂ ਦੇ ਸਾਹਮਣੇ ਕੋਈ ਰਣ ਦੇ ਵਿੱਚ, ਰਣ ਤੱਤੇ 'ਚ, ਰਣ ਮੈਦਾਨ ਦੇ ਅੰਦਰ ਆੜ ਨਹੀਂ ਸਕਦਾ, ਜਿਹੜੇ ਕਿਸੇ ਨੂੰ ਮੈਦਾਨੇ ਜੰਗ ਵਿੱਚ ਆੜਨ ਨਹੀਂ ਦਿੰਦੇ। ਉਤੋਂ ਦਿਲਾਵਰ ਖਾਨ ਪਠਾਨ। ਵਕਤ ਆਪਣੀ ਚਾਲੇ ਚੱਲਦਾ ਗਿਆ ਤੇ ਦਿਲਾਵਰ ਖਾਨ ਦਾ ਇੱਕ ਨਾਂ ਦਾ ਇੱਕ ਪਠਾਨ ਸੀ ਮੁਗਲ ਫੌਜਾਂ ਦੇ ਅੰਦਰ। ਤੁਰਕ ਫੌਜਾਂ 'ਚ, ਭਾਰਤੀ ਹਕੂਮਤ ਦੇ ਅੰਦਰ ਇੱਕ ਸਿਪਾਹ ਸਲਾਰ ਸੀ, ਵੱਡੀ ਪਦਵੀ ਤੇ ਸੀ ਫੌਜ ਵਿੱਚ। ਉਹਦਾ ਨਾਮ ਦਿਲਾਵਰ ਖਾਨ ਸੀ। 5000 ਮਨਸਬਵਾਨ। ਇਹਨੂੰ ਮਨਸਬ ਮਿਲਿਆ ਹੋਇਆ ਸੀ, ਅਹੁਦਾ ਮਿਲਿਆ ਹੋਇਆ ਸੀ, ਰੁਤਬਾ ਹੋਇਆ ਸੀ 5000 ਦਾ। 5000 ਦਾ ਦਸਤਾ ਇਹਦੇ ਮਤਹਿਤ ਚੱਲਦਾ ਸੀ ਜੀ। 5000 ਦੇ ਦਲ ਦਾ ਦਿਲਾਵਰ ਖਾਨ ਮੋਹਰੀ ਸੀ। ਸੁਣ ਗੁਰ ਜਸ ਕੋ ਤਿਸੇ ਨਾ ਸਹਿਓ। ਗੁਰੂ ਸਾਹਿਬ ਜੀ ਦਾ ਜਸ ਇਹਨੂੰ ਵਿਉ ਵਾਂਗ ਲੱਗਿਆ। ਕੋਈ ਕਹੇ ਵੀ ਸੱਜਣਾ ਤੇਰੇ ਤੋਂ ਵੀ ਬੜਾ ਬਲੀ ਸੂਰਮਾ ਕੋਈ ਹੈ,
कोई कहे तेरे तो भी कोई विद्वान है, कोई कहे तेरे तो भी कोई ताकतवर है, तेरे तो भी कोई सियाना सुगड़ सुजान है, ਤੇ ਫਿਰ ਸੁਣਨ ਵਾਲਾ ਜਾਂ ਤੇ ਕੋਈ ਵੱਡੇ ਸਬਰ ਵਾਲਾ ਹੋਏ ਉਹ ਕਹੇ ਹਾਂ ਭਰਾਵਾ ਜ਼ਰੂਰ ਹੋ ਸਕਦਾ। ਤੇ ਜੇ ਕੋਈ ਹੰਕਾਰੀ ਹੋਵੇ ਨਾ ਤੇ ਉਹਦੇ ਕੋਲ ਜਰਿਆ ਨਹੀਂ ਜਾਂਦਾ। ਮੇਰੇ ਤੋਂ ਵੱਡਾ ਕੌਣ ਹੋ ਸਕਦਾ? ਮੇਰੇ ਤੋਂ ਵੱਡਾ ਗਿਆਨੀ, ਮੇਰੇ ਤੋਂ ਵੱਡਾ ਸੁਗੜ ਸੁਜਾਨ, ਮੇਰੇ ਤੋਂ ਵੱਡਾ ਬਲਕਾਰੀ। ਜਿਹੜੀ ਵੀ ਚੀਜ਼ ਦੀ ਮੁਹਾਰਤ ਹੋਵੇ ਨਾ ਉਹਨੂੰ ਕੋਈ ਕਹੇ ਸੱਜਣਾ ਤੇਰੇ ਤੋਂ ਵੀ ਕੋਈ ਵੱਡਾ ਪਿਆ, ਬੜਾ ਔਖਾ ਅੰਦਰੋਂ ਜਰਨਾ ਅੱਗ ਲੱਗ ਜਾਂਦੀ ਹੈ। ਮੈਂ ਆਪਣੇ ਆਪ ਨੂੰ ਵੱਡਾ ਸਮਝਦਾ, ਮੇਰੇ ਤੋਂ ਵੀ ਵੱਡਾ ਕੋਈ। ਦਿਲਾਵਰ ਖਾਨ ਨੂੰ ਅੱਗ ਲੱਗ ਜਾਂਦੀ। ਉਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿਫਤ ਨਹੀਂ ਸੀ ਸੁਣ ਸਕਦਾ, ਪਰ ਕਰਦਾ ਕੀ, ਕੰਨਾਂ ਨੂੰ ਕਿਵੇਂ ਬੰਦ ਕਰਦਾ। ਜਦੋਂ ਵੀ ਕਿਤੇ ਜਾਂਦਾ, ਗੁਜ਼ਰਦਾ, ਲੰਘਦਾ, ਸਫ਼ਰ ਕਰਦਾ, ਕੋਈ ਨਾ ਕੋਈ ਐਸਾ ਮਨੁੱਖ ਜ਼ਰੂਰ ਮਿਲਦਾ ਜਿਹੜਾ ਗੁਰੂ ਸਾਹਿਬ ਦੇ ਤੇਜ ਪ੍ਰਤਾਪ ਦੀਆਂ ਬਾਤਾਂ ਸੁਣਾਉਂਦਾ ਤੇ ਇਹਨੂੰ ਵਿਉਂ ਵਾਂਗੂ ਲੜ ਜਾਂਦਾ ਜੀ। ਗੁਰੂ ਕਾ ਇੱਕ ਜਸ, ਗੁਰੂ ਕੀ ਸ਼ੋਭਾ, ਗੁਰੂ ਕੀ ਕੀਰਤੀ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੀਰਤੀ ਨਾ ਸੁਣ ਪਾਉਂਦਾ। ਪਠੋਂ ਬਾਹਣੀ ਮੈਂ ਤਬ ਕਹਿਓ, ਸੁਣ ਗੁਰ ਜਸ ਕੋ ਤਿਸੈ ਨਾ ਸਹਿਓ। ਸਹਿਆ ਨਹੀਂ ਗਿਆ ਦੇਖੋ ਗੁਰੂ ਕਾ ਜਸ ਜੀ। ਸਹਿਣਾ ਬੜਾ ਔਖਾ ਹੁੰਦਾ ਜੀ, ਸੋਭਾ ਸਹਿਣੀ। ਤੇ ਇਹਨੇ ਹੰਕਾਰ ਚ ਆਏ ਨੇ ਨਾ, ਦਿਲਾਵਰ ਖਾਨ ਨੇ ਕਿਹਾ ਵੀ ਕੋਈ ਹਿੰਮਤ ਨਹੀਂ ਕਰ ਰਿਹਾ ਗੁਰੂ ਸਾਹਿਬ ਜੀ ਦੇ ਵਿਰੁੱਧ ਫੌਜ ਚਾੜਨ ਦੀ। ਇਹਨੇ ਐਲਾਨ ਕੀਤਾ ਕਿ ਮੈਂ ਆਪਣਾ ਦਲ ਤੋਰਾਂਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਨੂੰ ਖਤਮ ਕਰ ਦੇਗਾ। ਰੋਜ਼ ਰੋਜ਼ ਸੋਭਾ ਸੁਣਨੀ ਪੈ ਰਹੀ ਹੈ, ਰੋਜ਼ ਰੋਜ਼ ਜਸ ਸੁਣਨਾ ਪੈ ਰਿਹਾ ਗੁਰੂ ਗੋਬਿੰਦ ਸਿੰਘ ਜੀ ਦਾ, ਰੋਜ਼ ਰੋਜ਼ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਮ ਗਤੀ ਦੀਆਂ ਬਾਤਾਂ ਸੁਣਨੀਆਂ ਪੈ ਰਹੀਆਂ। ਗੁਰੂ ਕੇ ਯੋਧਿਆਂ ਦੇ ਕਿੱਸੇ ਰੋਜ਼ ਰੋਜ਼ ਸੁਣਨੇ ਪੈ ਰਹੇ ਨੇ। ਮੇਰੇ ਕੰਨ ਪੱਕ ਗਏ ਨੇ, ਮੈਂ ਗੁਰੂ ਕੀ ਸੋਭਾ ਨਹੀਂ ਸੁਣ ਸਕਦਾ। ਨਿੰਦਕ ਨਾਮ ਵਿਹੂਣਿਆ ਸਤ ਸੰਗ ਨਾ ਭਾਵੈ। ਭਲੀਆਂ ਗੱਲਾਂ ਨਿੰਦਕਾਂ ਨੂੰ ਕਿੱਥੇ ਚੰਗੀਆਂ ਲੱਗਦੀਆਂ ਸਾਧ ਸੰਗਤ। ਜੇ ਕੋਈ ਸੱਚ ਕੰਨਾਂ 'ਚ ਪਾ ਦੇ ਵੀ ਮਿੱਤਰਾ ਤੂੰ ਤੇ ਕੱਖ ਵੀ ਨਹੀਂ, ਕੋਈ ਛੱਪੜੀ ਨੂੰ ਕਹਿ ਦੇ ਵੀ ਤੂੰ ਕੁਝ ਵੀ ਨਹੀਂ, ਸਮੁੰਦਰ ਬੜਾ ਵਿਸ਼ਾਲ ਹੈ, ਇਦਾਂ ਦਾ ਹੀ ਸੀ ਦਿਲਾਵਰ ਖਾਨ ਨੂੰ ਕਹਿਣਾ ਵੀ ਤੂੰ ਤੇ ਕੱਖ ਵੀ ਨਹੀਂ, ਗੁਰੂ ਗੋਬਿੰਦ ਸਿੰਘ ਬੜੇ ਵੱਡੇ ਨੇ। ਜੇ ਕੋ ਬੋਲਿਆ ਸੱਚ ਕੂੜਾ ਜਲ ਜਾਵੇ। ਹੁਣ ਜਿਹੜੇ ਆਦੀ ਹੋਏ ਖੁਸ਼ਾਮਦ ਸੁਣਦੇ, ਸਰਕਾਰੀ ਅਹਿਲਕਾਰ, ਤਾਕਤਾਂ ਵਾਲੇ, ਸ਼ੋਹਰਤਾਂ ਵਾਲੇ, ਬਲ ਵਾਲੇ, ਉਹ ਆਦੀ ਹੋ ਚੁੱਕੇ। ਉਹਨਾਂ ਦੀ ਖੁਰਾਕ ਹੀ ਇਹ ਹੈ ਵੀ ਜਿਹੜਾ ਆਵੇ ਉਹੀ ਕਹੇ ਵਾਹ ਵਾਹ ਤੇਰੇ ਵਰਗਾ ਕੋਈ ਨਹੀਂ, ਵਾਹ ਵਾਹ ਤੇਰੇ ਵਰਗਾ ਕੋਈ ਨਹੀਂ। ਤੇ ਜੇ ਉਹਨਾਂ ਨੂੰ ਕਹੇ ਵੀ ਨਹੀਂ ਮਿੱਤਰਾ ਤੂੰ ਤੇ ਕੱਖ ਵੀ ਨਹੀਂ, ਤੇਰੇ ਤੋਂ ਵੱਡੇ ਵੱਡੇ ਪਏ ਆ, ਹੁਣ ਉਹ ਤੇ ਸੁਭਾਅ ਬਣ ਚੁੱਕਿਆ ਕੂੜ ਸੁਣਨ ਦਾ, ਝੂਠ ਸੁਣਨ ਦਾ। ਕਿਸੇ ਨੇ ਸੱਚ ਸੁਣਾ ਦਿੱਤਾ ਤੇ ਜੇ ਕੋ ਬੋਲਿਆ ਸੱਚ ਕੂੜਾ ਜਲ ਜਾਵੇ, ਕੂੜਿਆਰੀ ਰੱਜੈ ਕੂੜ। ਕਿਉਂਕਿ ਸੱਚ ਕਿਵੇਂ ਹਜਮ ਕਰੇ, ਉਹਦੀ ਤੇ ਖੁਰਾਕ ਹੀ ਕੂੜ ਹੈ। ਕੂੜਿਆਰੀ ਰੱਜੈ ਕੂੜ ਜਿਉ ਵਿਸਟਾ ਕਾਗ ਖਾਵੇ। ਜਿਵੇਂ ਕਾਂ ਗੰਦ ਖਾਂਦਾ ਨਾ, ਵਿਸਟਾ ਖਾਂਦਾ, ਇਦਾਂ ਨਿੰਦਿਆ, ਝੂਠ, ਫਰੇਬ, ਛਾਲਵਾਲ ਵਾਲੇ ਬੰਦੇ, ਉਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ, ਉਹ ਆਪਣੀ ਖੁਰਾਕ ਹੀ ਖਾਂਦੇ ਆ। ਦਿਲਾਵਰ ਖਾਨ ਬੜੀ ਵਾਰੀ ਸੁਣਦਾ ਤੇ ਕੋਲੇ ਹੋ ਜਾਂਦਾ। ਇਹਨੇ ਐਲਾਨ ਕੀਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਹਿਣ ਹੀ ਨਹੀਂ ਦਿਆਂਗਾ। ਇਹਨੇ ਲੁਟੇਰਿਆਂ ਨੂੰ, ਮਤਹਿਤਾਂ ਨੂੰ ਤਿਆਰ ਕੀਤਾ ਵੀ ਆਨੰਦਾਂ ਦੀ ਪੁਰੀ 'ਚ ਬਹੁਤ ਕੁਝ ਲੁੱਟਣ ਨੂੰ ਮਿਲੇਗਾ। ਐਲਾਨੀਆਂ ਕਿਹਾ ਦਿਲਾਵਰ ਖਾਨ ਨੇ। 5000 ਦਲ ਦਾ ਮੋਹਰੀ ਹੁੰਦਾ ਸੀ, ਕਹਿੰਦਾ ਮੈਂ ਸਤਿਗੁਰੂ ਜੀ ਨੂੰ ਖਤਮ ਕਰ ਦਿਆਂਗਾ। ਇਮ ਕਹਿ ਤਿਆਰੀ ਕੀਨ ਬੁਲੰਦ। ਤਿਆਰੀ ਕਰਵਾ ਲਈ ਜੀ ਆਪਣੀ ਫੌਜ ਨੂੰ, ਦਲ ਨੂੰ, ਯੋਧਿਆਂ ਨੂੰ। ਇਹਨੇ ਕਿਹਾ ਤਿਆਰ ਬਰ ਤਿਆਰ, ਗੋਲੀ, ਸਿੱਕਾ, ਬਰੂਦ ਸਭ ਕੁਝ ਵੰਡ ਦਿੱਤਾ। ਬਹੁਤ ਸਮਝਾਏ ਪਠਾਇਓ ਨੰਦ। ਤੇ ਆਪ ਨਹੀਂ ਚੜ ਕੇ ਗਿਆ, ਆਪਣੇ ਪੁੱਤਰ ਨੂੰ ਭੇਜਿਆ ਇਹਨੇ। ਸਾਧ ਸੰਗਤ ਆਪਣੇ ਪੁੱਤਰ ਨੂੰ ਕਹਿਣ ਲੱਗਾ ਤੂੰ ਜਾ ਚੜਾਈ ਕਰ, ਮੈਂ ਤੈਨੂੰ ਦਲ ਦੇ ਕੇ ਭੇਜਦਾ, ਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਚੜਾਈ ਕਰ ਤੇ ਤੈਨੂੰ ਜਿੱਤ ਦਾ ਸਿਹਰਾ ਤੇਰੇ ਵੱਜੇਗਾ। ਤੂੰ ਇੱਕ ਤੇ ਮਾਲ ਲੁੱਟੇਗਾ ਸ਼੍ਰੀ ਅਨੰਦਪੁਰ ਸਾਹਿਬ ਦਾ, ਨਾਲੇ ਤੇਰੀ ਸੋਭਾ ਹੋਵੇਗੀ। ਹੋ ਸਕਦਾ ਤੈਨੂੰ ਸਰਕਾਰੀ ਰੁਤਬਾ ਬੜਾ ਉੱਚਾ ਮਿਲ ਜਾਏ। ਦਿਲਾਵਰ ਖਾਨ ਨੇ ਆਪਣੇ ਪੁੱਤਰ ਨੂੰ ਤਿਆਰ ਕੀਤਾ। ਜਾਓ ਸੈਣ ਲੈ ਸੁਪਟ 1000। ਕਹਿੰਦਾ ਵੀ ਜਾ ਯੋਧੇ 1000 ਕੁ ਲੈ ਜਾ, ਬੜੇ ਆ। ਉੱਥੇ ਸਿੱਖਾਂ ਦੇ ਡੇਰੇ 'ਚ ਕੌਣ ਹੋਣਾ? ਸਿੱਖਾਂ ਦੇ ਉੱਥੇ ਤੇ ਰੱਬ ਰੱਬ ਕਰਨ ਵਾਲੇ ਥੋੜੇ ਜਿਹੇ ਲੋਕ ਹੋਣਗੇ। ਤੇ 1000 ਕੁ ਸਿਪਾਹੀ ਨਾਲ ਲੈ ਕੇ ਜਾ। 94 ਚੋਟੀ ਦੇ ਜਿਹੜੇ ਯੋਧੇ ਨੇ ਨਾ, ਚੰਗੇ ਹਥਿਆਰਾਂ ਦੇ ਧਨੀ,
ਉਹ ਚੁਣ ਕੇ ਨਾਲ ਤੂੰ ਲੈ ਜਾ। ਲਰ ਕਰ ਲਿਓ ਆਨੰਦਪੁਰ ਮਾਰ। ਤੇ ਤੇਰਾ ਇੱਕੋ ਹੀ ਮਕਸਦ ਆ ਵੀ ਉੱਥੇ ਕੁਝ ਰਵੇ ਭਾਵੇਂ ਨਾ ਰਵੇ, ਕੋਹਰਾਮ ਮਚਾ ਦੇਣਾ, ਮਲੀਆ ਮੇਟ ਕਰ ਦੇਣਾ, ਇੱਟ ਨਾਲ ਇੱਟ ਵਜਾ ਦੇਣੀ ਹੈ, ਖੂਨ ਨਾਲ ਧਰਤੀ ਰੰਗੀ ਜਾਵੇ, ਆਨੰਦਪੁਰ ਸਾਹਿਬ ਤੇ ਕਬਜ਼ਾ ਹੋਣਾ ਚਾਹੀਦਾ। ਇਹ ਹੁਕਮ ਦੇ ਕੇ ਦਿਲਾਵਰ ਖਾਨ ਨੇ ਆਪਣੇ ਪੁੱਤਰ ਨੂੰ ਤੋਰਿਆ। ਜੇਕਰ ਦਹਾਂ ਦਰਬ ਕਨੇਰੇ। ਕਹਿੰਦਾ ਜੇ ਈਨ ਮੰਨ ਲੈਣ। ਵੇਖੋ ਸੁਪਨੇ ਵੇਖਣ ਚ ਕਿਹੜਾ ਕੋਈ ਮੁੱਲ ਲੱਗਦਾ, ਅਗਲਾ ਵੇਖਦਾ ਹੀ ਹੈ। ਕਹਿੰਦਾ ਹੋ ਸਕਦਾ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਿੱਖ ਤੇਰੇ ਸਾਹਮਣੇ ਆ ਕੇ ਹੱਥ ਜੋੜ ਕੇ ਕਹਿਣ ਅਸੀਂ ਤੇਰੀ ਈਨ ਮੰਨ ਲੈਂਦੇ ਆ ਤੇ ਅਸੀਂ ਤੇਰਾ ਨਜ਼ਰਾਨਾ ਹਰਜਾਨਾ ਭਰ ਦਿੰਦੇ ਆ। ਜੇ ਤੇ ਹਮਲਾ ਕਰੇਗਾ ਤੇ ਆਨੰਦਪੁਰ ਸਾਹਿਬ ਨੂੰ ਲੁੱਟੀ ਰੱਜ ਕੇ, ਤੇ ਜੇ ਉਹ ਨਜ਼ਰਾਨੇ ਲੈ ਕੇ ਪੇਸ਼ ਹੋਣਗੇ ਤੇ ਮੋਟੀ ਰਕਮ ਲੈ ਕੇ ਆਵੀਂ। 1000 ਯੋਧਿਆਂ ਦਾ ਦਲ ਦੇ ਕੇ ਦਿਲਾਵਰ ਖਾਨ ਨੇ ਪੁੱਤਰ ਨੂੰ ਨਾਲ ਹਦਾਇਤਾਂ ਦਿੱਤੀਆਂ। ਲੈ ਕਰ ਤਜ ਆਵੋ ਤਿਸ ਬੇਰੇ। ਹਾਂ, ਜੇ ਉਹ ਤੋਂ ਨਜ਼ਰਾਨੇ ਦੇਣਗੇ ਨਾ, ਹਰਜਾਨਾ ਦੇਣਗੇ, ਤੇ ਫਿਰ ਖੁੱਲੀ ਮਾਇਆ ਲੈ ਕੇ ਫਿਰ ਆਨੰਦਪੁਰ ਸਾਹਿਬ ਨੂੰ ਛੱਡ ਦੀ। ਦੋਨਾਂ ਹਾਲਾਤਾਂ ਵਿੱਚ ਪੈਸਾ ਹੀ ਲੈ ਕੇ ਆਉਣਾ, ਭਾਵੇਂ ਲੁੱਟ ਕੇ ਲੈ ਕੇ ਆਈ ਤੇ ਭਾਵੇਂ ਸੰਧੀ ਕਰਕੇ ਸੁਲ੍ਹਾ ਸਫਾਈ ਨਾਲ ਲੈ ਕੇ ਆਵੀਂ। ਨਾ ਸੰਗਰਾਮ ਕੀਜੀਏ ਭਾਰੇ। ਜੇ ਦੋਨੋਂ ਹਾਲਾਤ ਸਫਲ ਨਹੀਂ ਹੁੰਦੇ ਫਿਰ ਭਿਆਨਕ ਜੰਗ ਮਚਾਉਂਦਿਆਂ ਦਰੇਗ ਨਹੀਂ ਕਰਨਾ। ਦਿਲਾਵਰ ਖਾਨ ਨੇ ਪੁੱਤਰ ਨੂੰ ਇਹ ਹਦਾਇਤਾਂ ਕੀਤੀਆਂ। ਸੁਣ ਪਿੱਤ ਤੇ ਹੋਇਓ ਤਬ ਤਿਆਰੀ। ਦਿਲਾਵਰ ਖਾਨ ਦਾ ਪੁੱਤਰ ਕਹਿਣ ਲੱਗਾ ਜੀ ਠੀਕ ਹੈ। ਬੜੇ ਚਾਅ ਨਾਲ, ਬੜੇ ਹੁਲਾਸ ਦੇ ਨਾਲ ਉਸੇ ਵੇਲੇ ਇਹ ਤਿਆਰ ਬਰ ਤਿਆਰ ਹੋ ਗਿਆ। ਗੁਲਕਾਂ ਗਨ ਬਰੂਦ ਵਰਤਾਏ। ਗੋਲੀ ਸਿੱਕਾ ਬਰੂਦ ਮਨ ਭਾਉਂਦਾ ਜਿੰਨਾ ਜਿੰਨਾ ਕੋਈ ਸੰਭਾਲ ਸਕਦਾ ਸੀ ਸਭ ਯੋਧਿਆਂ ਚ 94 ਚੋਟੀ ਦੇ ਯੋਧੇ ਗੱਭਰੂ ਜਿਹੜੇ ਪਠਾਨ ਸੀ ਨਾ ਚੁਣੇ। ਬੜੇ ਬਲਕਾਰੀ, ਬੜੇ ਜਛੀਲੇ, ਬੜੇ ਫੁਰਤੀ ਵਾਲੇ, ਬੜੇ ਤਗੜੇ ਤੇਜ਼ ਤਰਾਰ ਘੋੜ ਸਵਾਰ, ਬੜੇ ਚੋਟੀ ਦੇ ਤਲਵਾਰਬਾਜ਼, ਸ਼ਸਤਰਾਂ ਨੂੰ ਚਲਾਉਣ ਦੇ ਅਭਿਆਸੀ। ਇਹ ਚੋਟੀ ਦੇ 1000 ਯੋਧੇ ਚੁਣ ਕੇ ਮਨ ਭਾਉਂਦਾ ਗੋਲੀ ਸਿੱਕਾ ਬਰੂਦ ਇਹਨਾਂ ਨੂੰ ਦਿੱਤਾ। ਦਿਲਾਵਰ ਖਾਨ ਦੇ ਪੁੱਤਰ ਨੇ ਤਿਆਰੀ ਕਰ ਲਈ। ਬੀਨ ਬੀਨ ਯੋਧਾ ਸੁਮਧਾਈ। ਬੀਨ ਬੀਨ ਦਾ ਅਰਥ ਹੁੰਦਾ ਚੁਣ ਚੁਣ ਕੇ। ਸੋਹਣੇ ਸ਼ੈਲ ਸ਼ਬੀਲੇ ਬਲਕਾਰੀ ਜਿਹੜੇ ਨੌਜਵਾਨ ਗੱਭਰੂ ਸੀ ਨਾ, ਉਹ ਬੀਨ ਬੀਨ ਕੇ ਚੁਣ ਚੁਣ ਕੇ ਇਕੱਠੇ ਕੀਤੇ। ਦੁੰਦਬ ਕੋ ਮਜਾਏ ਤਬ ਚਾਲਾ। ਫਿਰ ਕੀ ਸੀ, ਜਦੋਂ ਸਾਰੀ ਤਿਆਰੀ ਕਰ ਲਈ, ਗੋਲੀ ਸਿੱਕਾ ਬਰੂਦ ਸਭ ਕੁਝ ਵੰਡ ਦਿੱਤਾ, ਚੋਟ ਲਗਾ ਕੇ ਆਪਣੇ ਨਗਾਰੇ ਉੱਤੇ ਦਿਲਾਵਰ ਖਾਨ ਦਾ ਪੁੱਤ ਸ਼੍ਰੀ ਆਨੰਦਪੁਰ ਸਾਹਿਬ ਤੇ ਹੱਲਾ ਬੋਲਣ ਲਈ ਚੱਲ ਪਿਆ। ਮਗ ਆਨੰਦਪੁਰ ਕੇ ਪੱਕ ਘਾਲਾ। ਇਹਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਰਾਹੇ ਪੈਰ ਪਾ ਲਿਆ। ਸਭ ਗਿਰਪਤ ਤੇ ਧਨ ਕੋ ਲੈਣਾ। ਨਾਲ ਇਹ ਮੁਕਰਰ ਕੀਤਾ ਸੀ, ਅਸਲ ਵਿੱਚ ਨੇ ਜਿਹੜੇ ਜਿੰਨੇ ਵੀ ਰਾਜੇ ਸੀ, ਭਾਵੇਂ ਉਹ 22 ਧਾਰ ਦੇ ਰਾਜੇ ਸੀ, ਭਾਵੇਂ ਉਹ ਮਾਰਵਾੜ ਦੇ ਸੀ, ਥੋੜੇ ਜਿਹੇ ਬੰਦਿਆਂ ਸਮੇਤ ਮੁਗਲ ਸਿਪਾਹੀ ਆਉਂਦੇ ਸੀ ਤੇ ਸਾਰਿਆਂ ਕੋਲ ਮਾਲ ਸਬਾਬ, ਧਨ ਜੋਬਨ ਸਭ ਕੁਝ ਇਕੱਠਾ ਕਰਕੇ ਲੈ ਜਾਂਦੇ ਸੀ। ਡੋਲੇ ਤੱਕ ਦੇ ਦਿੰਦੇ ਸੀ ਅਪਤੀਆਂ ਦੇ। ਅਕਬਰ ਨੂੰ ਜੋਧਾ ਬਾਈ ਦਾ ਡੋਲਾ ਦਿੱਤਾ, ਹੋਰ ਬਹੁਤ ਸਾਰੇ ਇਤਿਹਾਸਕ ਤੱਥ। ਕਹਿੰਦੇ ਨਾਲੇ 22 ਧਾਰ ਦੇ ਰਾਜਿਆਂ ਕੋਲੋਂ ਪੈਸਾ ਇਕੱਠਾ ਕਰਨੀ ਪੁੱਤਰ, ਨਾਲੇ ਆਨੰਦਪੁਰ ਸਾਹਿਬ ਲੁੱਟ ਲੈ, ਤੇ ਜੇ ਆਪ ਲੈ ਕੇ ਸਰਫੀਆਂ ਥਾਲਾਂ ਫਿਰ ਮਾਲ ਹੋ ਜੀ ਲੈ ਕੇ। ਏਦਾਂ ਪਿਓ ਨੇ ਹੁਕਮ ਕਰਕੇ ਦਿਲਾਵਰ ਖਾਨ ਨੇ ਪੁੱਤਰ ਨੂੰ ਤੋਰਿਆ। ਆਦ ਦਿਲਾਵਰ ਖਾਨ ਵੱਡ ਸੈਨਾ। ਆਦ ਏਦਾਂ ਸਾਧ ਸਿੰਘ ਦਿਲਾਵਰ ਖਾਨ ਦੀ ਜਿਹੜੀ ਫੌਜ ਸੀ ਉਹ ਵੱਡੀ ਗਿਣਤੀ 'ਚ ਸ਼੍ਰੀ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਪਈ। ਗੁਰ ਦਿਸ਼ ਪਠਿਓ ਪੁੱਤਰ ਕੋ ਪਹਿਲੇ। ਗੁਰ ਦਿਸ਼ ਪਠਿਓ ਪੁੱਤਰ ਕੋ ਪਹਿਲੇ। ਇਹਨੇ ਆਪਣੇ ਪੁੱਤਰ ਨੂੰ ਪਹਿਲਾਂ 1000 ਦਾ ਦਲ ਜਿਹੜਾ ਮੋਹਰੀ ਬਣਾ ਕੇ ਨਾ ਭੇਜਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਹੱਲਾ ਬੋਲਣ ਵਾਸਤੇ।
ਇਤ ਤੇ ਜੋਰ ਸਰਬ ਕੋ ਲੈ ਲੈ। ਅਸਲ ਵਿੱਚ ਦਿਲਾਵਰ ਖਾਂ ਦੀ ਇਹਦੇ ਪਿੱਛੇ ਵੀ ਇੱਕ ਸਕੀਮ ਸੀ ਵੀ ਮੇਰਾ ਪੁੱਤਰ ਜਾਏਗਾ ਤੇ ਇੱਕ ਤੇ ਗੁਰੂ ਸਾਹਿਬ ਜੀ ਦੀ ਤਾਕਤ ਦਾ ਅਨੁਮਾਨ ਹੋ ਜਾਏਗਾ, ਅੰਦਾਜ਼ਾ ਲੱਗ ਜਾਏਗਾ ਵੀ ਕਿੰਨੀ ਕੁ ਤਾਕਤ ਹੈ। ਇਹ ਅੰਦਾਜ਼ਾ ਲਾਉਣ ਵਾਸਤੇ ਬੜੀ ਸਾਜ਼ਿਸ਼ ਖੇਡੀ, ਆਪਣੇ ਪੁੱਤਰ ਨੂੰ ਤੋਰਿਆ। ਇਹ ਬਿਦ ਉਰਮੈ ਧਾਰ ਗੁਮਾਨੀ। ਇਹ ਬਿਦ ਉਰਮੈ ਆਪਣੇ ਹਿਰਦੇ ਦੇ ਅੰਦਰ ਨਾ ਪੂਰਾ ਗਰੂਰ ਧਰ ਕੇ, ਹੰਕਾਰ ਧਰ ਕੇ, ਮੇਰੀ ਤਲਵਾਰ ਦੀ ਧਾਰ ਦੇ ਅੱਗੇ ਕੌਣ ਟਿਕ ਸਕੇਗਾ, ਮੈਂ ਆਨੰਦਾਂ ਦੀ ਪੁਰੀ ਨੂੰ ਲੁੱਟਾਂਗਾ, ਮੈਂ ਸਿੱਖੀ ਦੇ ਘਰ ਨੂੰ ਉਜਾੜ ਦਿਆਂਗਾ। ਦਿਲਾਵਰ ਖਾਂ ਦਾ ਪੁੱਤਰ ਬੜਾ ਹੀ ਗੁਮਾਨ ਲੈ ਕੇ, ਬੜਾ ਹੀ ਹੰਕਾਰ ਦਾ ਭਰਿਆ, ਇਹ ਦਿੱਲੀ ਦਾ ਰਾਜਾ, ਉਹ ਸਿਪਾ ਸਲਾਰ ਸੀ ਇੱਕ 5000 ਦਿਲਾਵਰ ਖਾਂ, ਉਹਦਾ ਪੁੱਤਰ ਆਨੰਦਪੁਰ ਸਾਹਿਬ ਨੂੰ ਕੂਚ ਕਰਦਾ, ਭੇਜੋ ਨੰਦਨ ਕਰ ਅਗਵਾਨੀ। ਅੱਗੇ ਲਾ ਕੇ ਆਪਣੇ ਪੁੱਤਰ ਨੂੰ ਤੋਰਿਆ। ਜਾਏ ਆਨੰਦਪੁਰ ਨਿਸਮੈ ਲਰੇ। ਵਿਉਂਤ ਇਹ ਬਣਾਈ ਕਿ ਰਾਤ ਦੇ ਵੇਲੇ ਸ਼੍ਰੀ ਆਨੰਦਪੁਰ ਸਾਹਿਬ ਉੱਤੇ ਹੱਲਾ ਬੋਲਿਆ ਜਾਏ। ਸਰਦੀ ਦੇ ਦਿਨ ਸਨ। ਇਹ ਸਾਜ਼ਿਸ਼ ਇਹ ਸੀ, ਯੁੱਧ ਦੀ ਨੀਤੀ ਇਹ ਸੀ ਵੀ ਸ਼੍ਰੀ ਆਨੰਦਪੁਰ ਸਾਹਿਬ ਉੱਤੇ ਰਾਤ ਵੇਲੇ ਧਾਵਾ ਬੋਲਿਆ ਜਾਵੇ। ਸਭ ਇੱਕ ਵਾਰ ਹੇਲ ਕੋ ਕਰੇ। ਸਭ ਇੱਕ ਵਾਰ ਇਹ ਵੀ ਵਿਉਂਤ ਬਣਾਈ ਵੀ ਅਸੀਂ ਸਾਰੇ ਇੱਕੋ ਵਾਰੀ ਸ਼੍ਰੀ ਆਨੰਦਪੁਰ ਸਾਹਿਬ ਤੇ ਹੱਲਾ ਬੋਲਾਂਗੇ। ਇਹ ਮਸਲਤ ਕਰ ਪੂਤ ਪਠਾਨ। ਇਹ ਮਸਲਤ ਪਠਾਨ ਦੇ ਪੁੱਤ ਨੇ ਇਦਾਂ ਦਾ ਮਸ਼ਵਰਾ ਕੀਤਾ ਵੀ ਇੱਕ ਤੇ ਸਿੱਖਾਂ ਨੂੰ ਸੁੱਤਿਆਂ ਹੋਇਆਂ ਨੂੰ ਦੱਬਣਾ, ਜਾ ਕੇ ਰਾਤ ਹਮਲਾ ਕਰਨਾ। ਦੂਸਰੀ ਗੱਲ ਵੀ ਇੱਕੋ ਵਾਰੀ 1000 ਬੰਦਾ ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਵਾੜ ਦੇਣਾ। ਇੰਨਾ ਵੱਡਾ ਮੇਰਾ ਦਲ ਜਦੋਂ ਜਾਏਗਾ ਤੇ ਸਿੱਖ ਹੌਸਲੇ ਟੁੱਟ ਜਾਣਗੇ ਸਿੱਖਾਂ ਦੇ। ਦਿਲਾਵਰ ਖਾਂ ਦੇ ਪੁੱਤਰ ਦੀ ਇਹ ਯੁੱਧ ਨੀਤੀ ਸੀ। ਭਇਓ ਅਰੂੜਨ ਸੈਣ ਮਹਾਨ। ਇਹ ਦਲ ਲੈ ਕੇ ਸਵਾਰ ਹੋ ਗਿਆ। ਸਰਤਾ ਪਾਰ ਹੋਤੋ ਤਿਸ ਡੇਰਾ। ਸਰਤਾ ਪਾਰ ਹੋਤੋ, ਸ਼੍ਰੀ ਆਨੰਦਪੁਰ ਸਾਹਿਬ ਨਦੀਆਂ ਤੇ ਪਹਾੜਾਂ 'ਚ ਘਿਰਿਆ ਹੋਇਆ। ਇੱਕ ਪਾਸੇ ਸਤਲੁਜ ਹੈ, ਇੱਕ ਪਾਸੇ ਹਮਾਇਤੀ ਨਾਲਾ, ਉਹ ਵੀ ਚੜ੍ਹ ਆਉਂਦਾ ਹੁੰਦਾ ਸੀ। ਉਹਦਾ ਨਾਂ ਹੀ ਸਿੱਖਾਂ ਨੇ ਹਮਾਇਤੀ ਨਾਲਾ ਰੱਖਿਆ ਸੀ, ਜਿੱਧਰ ਹੋਲਾ ਮਹੱਲਾ ਨਿਕਲਦਾ ਹੁਣ। ਚਰਨ ਗੰਗਾ ਵੀ ਕਿਹਾ ਜਾਂਦਾ ਉਹਨੂੰ। ਸੋ ਇਹ ਨਦੀਆਂ ਚੂਆਂ ਦੇ ਵਿੱਚ ਘਿਰਿਆ ਹੋਇਆ ਸੀ ਤੇ ਨਦੀ ਦੇ ਪਰਲੇ ਪਾਸੇ ਸ਼੍ਰੀ ਆਨੰਦਪੁਰ ਸਾਹਿਬ ਇੱਕ ਪਾਸੇ ਹੈ ਤੇ ਨਦੀ ਦੇ ਦੂਜੇ ਪਾਸੇ ਦਿਲਾਵਰ ਖਾਂ ਦੇ ਪੁੱਤਰ ਦੀ ਫੌਜ ਨੇ ਉਤਾਰਾ ਕੀਤਾ। ਭਈ ਜਾਮਣੀ ਤਿਮਰ ਕਨੇਰਾ। ਰਾਤ ਬੜੀ ਸੰਘਣੀ, ਗਹਿਰਾ ਹਨੇਰਾ ਛਾਇਆ ਹੋਇਆ ਸੀ। ਦੁਆ ਘਰੇ ਬੀਤੇ ਜਬ ਜਾਣੇ। ਤੇ ਜਦੋਂ 2 ਕੁ ਘੜੀਆਂ ਰਾਤ ਗੁਜ਼ਰ ਗਈ, ਸ਼ਿਗਰ ਚਾਰ ਭਈ ਚਮੂ ਮਹਾਨੇ। ਦਿਲਾਵਰ ਖਾਂ ਦੇ ਪੁੱਤਰ ਨੇ ਆਪਣੀ ਵਿਉਂਤਬੰਦੀ ਦੇ ਅਨੁਸਾਰ, ਆਪਣੀ ਯੁੱਧ ਨੀਤੀ ਦੇ ਅਨੁਸਾਰ ਆਪਣੇ ਦਲ ਨੂੰ ਹੱਲਾ ਬੋਲਣ ਲਈ ਤਿਆਰ ਕਰ ਲਿਆ। ਚੱਲ ਕਰ ਸਥਿਰਤਾ ਕੇ ਤਟ ਆਏ। ਨਦੀ ਤੋਂ ਪਰਲੇ ਪਾਸੇ ਸਨ, ਹੱਲੇ ਸਤਲੁਜ ਤੋਂ ਦੂਰ ਸੀ। ਇਹ ਉਸੇ ਛਿਨ ਤਿਆਰ ਹੋਏ ਰਾਤ ਹੱਲਾ ਬੋਲਣ ਲਈ ਨਦੀ ਦੇ ਕਿਨਾਰੇ ਪਹੁੰਚ ਗਏ। ਸੀਤ ਕਾਲ ਠਰ ਗਏ ਕਰ ਪਾਏ। ਸਰਦੀ ਦਾ ਮੌਸਮ ਸੀ, ਸੀਤ ਕਾਲ, ਠੰਡ ਦਾ ਵੇਲਾ ਸੀ। ਤੋ ਨਦੀਆਂ ਦੇ ਕਿਨਾਰੇ ਕਿਤੇ ਸੀਤ ਹਵਾ ਚੱਲਦੀ ਹੋਵੇ, ਤੇ ਗਰਮੀਆਂ ਦੀ ਰੁੱਤੇ ਠੰਡ ਲੱਗਣ ਲੱਗ ਪੈਂਦੀ। ਗਰਮੀਆਂ ਦੀ ਰੁੱਤੇ ਨਦੀਆਂ ਦੇ ਕਿਨਾਰੇ ਇੱਧਰ ਉੱਧਰ ਨਦੀਆਂ ਹੋਣ ਤੇ ਜਦੋਂ ਹਵਾ ਦਾ ਪ੍ਰਵਾਹ ਚੱਲਦਾ ਤੇ ਗਰਮੀਆਂ ਦੀ ਰੁੱਤੇ ਲੋ ਨਹੀਂ ਪੈਂਦੀ ਜਿਵੇਂ ਬਾਹਰ ਵਾਹਣਾ 'ਚ ਪੈਂਦੀ ਹੈ, ਉੱਥੇ ਠੰਡਕ ਮਹਿਸੂਸ ਹੁੰਦੀ ਹੈ। ਉਹ ਸਰਦੀ ਦਾ ਮਹੀਨਾ, ਅੱਤ ਦੀ ਸਰਦੀ ਸੀ। ਅੰਤਾਂ ਦੀ ਸੀਤ ਵਹਿ ਰਹੀ ਹੈ ਨਦੀ ਦੇ ਤੱਟ ਉੱਤੇ ਨੇ, ਸਰੀਰ ਕੰਬ ਗਏ। ਉਹ ਨਰ ਹੇਰ ਆਨੰਦਪੁਰ ਆਇਓ। ਇਹ ਜੇ ਤਿਆਰੀ ਕਰ ਰਹੇ ਸੀ ਹੱਲਾ ਬੋਲਣ ਦੀ, ਤੇ ਗੁਰੂ ਪਾਤਸ਼ਾਹ ਹਜ਼ੂਰ ਦੇ ਕਿਸੇ ਪਿਆਰ ਵਾਲੇ ਨੇ ਇਹ ਨਜ਼ਾਰਾ ਵੇਖ ਲਿਆ। ਉਹਨੇ ਭੱਜ ਕੇ ਸ਼੍ਰੀ ਆਨੰਦਪੁਰ ਸਾਹਿਬ ਵੜ ਕੇ ਦਾਖਲ ਹੋ ਕੇ ਨਾ, ਕਿਸੇ ਨੇ ਸੂਹ ਲਈ ਤੇ ਉਹਨੇ ਜਾ ਕੇ ਖਬਰ ਦਿੱਤੀ ਵੀ ਭਾਈ ਫੌਜਾਂ ਤੇ ਚੜ ਕੇ ਆ ਗਈਆਂ। ਸਤਿਗੁਰੂ ਜੀ ਦੇ ਤੱਕ ਇਸ ਸੂਹ ਦੇਣ ਵਾਲੇ ਨੇ ਖਬਰ ਪਹੁੰਚਾਈ। ਪਹੁੰਚੋ ਜਹ ਗੁਰ ਪੌਰ ਸਹਾਇਓ। ਮੁੱਖ ਦੁਆਰ ਦੇ ਤੇ ਅੱਧੀ ਰਾਤ ਦਾ ਵੇਲਾ ਸੀ। ਜਹ ਗੁਰ ਪੌਰ ਸਹਾਇਓ, ਗੜੀ ਕੇਸਗੜ੍ਹ ਸਾਹਿਬ ਦੀ ਜਿਹੜੀ ਕੇਸਗੜ੍ਹ ਸੀ, ਜਿਹੜਾ ਕੇਸਗੜ੍ਹ ਸਾਹਿਬ ਮਹਾਰਾਜ ਉਸਾਰਿਆ, ਉੱਥੇ ਗੁਰੂ ਕੇ ਮਹਿਲ ਨੇ ਨਾਲ,
ਉੱਥੇ ਜਿਹੜਾ ਪੌਰ ਸੀ, ਮੁੱਖ ਦੁਆਰ ਸੀ ਜਿਹੜਾ, ਉੱਥੇ ਜਾ ਕੇ ਛੇਤੀ ਛੇਤੀ ਇਹ ਸੂਹ ਦੇਣ ਵਾਲਾ ਸਿੱਖ ਪਹੁੰਚਿਆ। ਚੌਂ ਦਿਸ਼ਨ ਮੈਂ ਮੋਹ ਟਕਰਾਏ। ਚਾਰੇ ਪਾਸੇ ਪਹਿਰੇ ਸਨ ਜੀ। ਸਿੱਖ ਬੜੇ ਸੁਚੇਤ ਹੋ ਕੇ ਸਤਿਗੁਰੂ ਜੀ ਦੇ ਪਹਿਰੇਦਾਰ ਬਣ ਕੇ ਖੜੇ ਸਨ। ਚੌਕੀ ਦੇ ਤਮੀਰ ਸਮੁਦਾਏ। ਸੂਰਮਿਆਂ ਨੇ ਚੌਕੀ ਕਾਇਮ ਕੀਤੀ ਹੋਈ ਸੀ, ਪੂਰੀ ਤਰ੍ਹਾਂ ਦੇ ਨਾਲ ਕਰੜਾਈ ਕੀਤੀ ਹੋਈ ਸੀ। द्वार पार आलम तय खरियो। ਭਾਈ ਆਲਮ ਜੀ ਗੁਰੂ ਕੇ ਪਿਆਰੇ ਸਿੱਖ ਨੇ। ਇਹ ਦੁਆਰਪਾਲ ਸੀ, ਮਤਲਬ ਪਹਿਰੇਦਾਰ ਸਨ ਦਰਵਾਜ਼ੇ ਦੇ ਉੱਤੇ। ਉਸ ਵੇਲੇ ਦੁਆਰ ਦੇ ਉੱਤੇ, ਦਰਵਾਜ਼ੇ ਦੇ ਉੱਤੇ ਭਾਈ ਆਲਮ ਜੀ ਖੜੇ ਸਨ। तेह के संग जासूस उतरियो। ਇਹ ਜਿਹੜਾ ਸੂਈਆ ਸਿੱਖ ਸੀ ਨਾ, ਸੂਈਆ ਲਾਪਰਵਾਹ ਹੋ ਕੇ ਨਹੀਂ ਸੀ ਸੁੱਤੇ ਸਾਧ ਸੰਗਤ ਸਿੱਖ। ਮਾਰੇ ਬੜੇ ਸੁਚੇਤ ਸਨ, ਜਿਨ੍ਹਾਂ ਦੀ ਚੜ੍ਹਦੀ ਕਲਾ ਦੇ ਨਾਲ ਮੁਗਲ ਵੀ ਖੁਣਸ ਖਾ ਰਹੇ ਸੀ, ਪਠਾਨ ਈਰਖਾ ਕਰ ਰਹੇ ਸੀ, ਤੁਰਕਾਣੀ ਫੌਜ ਤੇ ਪਹਾੜੀ ਰਾਜੇ ਵੀ ਵੈਰੀ ਬਣ ਕੇ ਬੈਠੇ ਸਨ। ਉਹ ਚੈਨ ਦੇ ਨਾਲ, ਲਾਪਰਵਾਹੀ ਨਾਲ ਨਹੀਂ ਸੀ ਸੁੱਤੇ। ਸੋ ਇਹ ਸੂਈਏ ਸਿੱਖ ਨੇ ਸਾਰੀ ਖਬਰ ਭਾਈ ਆਲਮ ਜੀ ਨੂੰ ਦਰਵਾਜ਼ੇ ਤੇ ਜਾ ਕੇ ਦਿੱਤੀ। ਮਹਾਰਾਜ ਵਿਸ਼ਰਾਮ ਕਰ ਰਹੇ ਆ, ਅੱਧੀ ਰਾਤ ਦਾ ਵੇਲਾ ਹੈ, ਤੇ ਸਾਰੀ ਖਬਰ ਵੀ ਦੁਸ਼ਮਣ ਦਲ ਚੜ ਕੇ ਆ ਗਿਆ, ਇਹ ਖਬਰ ਸੁਣਾਈ। कहाँ परे हो सुप्त सुखारे। ਤੁਸੀਂ ਆਰਾਮ ਨਹੀਂ ਕਰ ਰਹੇ, ਅੱਧੀ ਰਾਤ ਦਾ ਵੇਲਾ, ਤੁਸੀਂ ਕਿੱਥੇ ਬੇਪਰਵਾਹ ਹੋ ਕੇ ਆਰਾਮ ਕਰ ਰਹੇ ਹੋ। हायो तुरकन दल बल भारे। ਪਹਿਰੇਦਾਰ ਨੂੰ ਜਾ ਕੇ ਕਿਹਾ ਭਾਈ ਆਲਮ ਨੇ ਵੀ ਤੁਰਕਾਂ ਦਾ ਦਲ ਚੜ ਆਇਆ, ਤੁਸੀਂ ਅਵੇਸਲੇ ਹੋਏ ਪਏ ਹੋ। ਦੁਸ਼ਮਣ ਦਾ ਦਲ ਹੱਲਾ ਬੋਲਣ ਵਾਸਤੇ ਚੜ੍ਹਾਈ ਕਰਕੇ ਆ ਗਿਆ ਹੈ। सुध हजूर को देहो इस काला। ਛੇਤੀ ਕਰੋ ਭਾਈ ਆਲਮ ਜੀ, ਜਲਦੀ ਕਰੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਬਰ ਪਹੁੰਚਾਓ ਕਿ ਵੈਰੀ ਦਾ ਦਲ ਹੱਲਾ ਬੋਲਣ ਵਾਸਤੇ ਤਿਆਰ ਖੜਾ ਹੈ। ਨਿਤ ਮੁਹਿੰਮਾਂ ਚੜੀਆਂ ਰਹਿੰਦੀਆਂ ਸੀ, ਨਿਤ ਖਤਰੇ ਮੰਡਰਾਉਂਦੇ ਰਹਿੰਦੇ ਸਨ, ਨਿਤ ਆਫਤਾਂ ਆਉਂਦੀਆਂ ਸੀ, ਨਿਤ ਦੁੱਖਾਂ ਦੇ ਪਹਾੜ ਟੁੱਟ ਪੈਂਦੇ ਸੀ। ਪਰ ਇਹਨਾਂ ਦੁੱਖਾਂ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣਾ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਿਖਾਇਆ। ਸਾਸ ਸੂਈਏ ਨੇ ਜਾ ਕੇ ਖਬਰ ਦਿੱਤੀ, ਭਾਈ ਆਲਮ ਨੂੰ ਕਿਹਾ ਛੇਤੀ ਤੋਂ ਛੇਤੀ ਗੁਰੂ ਸਾਹਿਬ ਜੀ ਤੱਕ ਇਹ ਖਬਰ ਪਹੁੰਚਾਵੋ। ਬਣੇ ਸੁਚੇਤ ਸਮੇਂ ਨਾ ਵਿਸ਼ਾਲਾ। ਬਹੁਤਾ ਸਮਾਂ ਨਹੀਂ ਹੈ ਆਪਣੇ ਕੋਲ, ਜਲਦੀ ਕਰੋ, ਸੁਚੇਤ ਹੋਵੋ, ਚੰਗੀ ਤਰ੍ਹਾਂ ਤਿਆਰ ਹੋਵੋ ਤਾਂ ਕਿ ਵੈਰੀ ਦੇ ਹੱਲੇ ਦਾ ਜਵਾਬ ਦਿੱਤਾ ਜਾ ਸਕੇ। ਸੁਣ ਆਲਮ ਦਲ ਕੋ ਆਗਵਨੂ। ਸੁਣ ਆਲਮ ਦਲ ਕੋ ਆਗਵਨੂ। ਭਾਈ ਆਲਮ ਜੀ ਨਾ ਜਿੱਧਰ ਦਲ ਬੈਠਾ ਸੀ, ਛੇਤੀ ਦਿਨੀ ਇਹਨਾਂ ਨੇ ਸਿੱਖਾਂ ਨੂੰ ਸੁਚੇਤ ਕੀਤਾ। ਪੂਰਨ ਪ੍ਰਵੇਸ਼ਿਓ ਅੰਤਰ ਭਵਨੋ। ਤੇ ਫਿਰ ਛੇਤੀ ਦੇ ਨਾਲ ਜਿੱਥੇ ਮਹਾਰਾਜ ਵਿਸ਼ਰਾਮ ਕਰ ਰਹੇ ਸੀ, ਪੂਰਨ ਪ੍ਰਵੇਸ਼ਿਓ ਅੰਤਰ ਭਵਨ, ਮਹਾਰਾਜ ਦੇ ਭਵਨ ਦੇ ਅੰਦਰ, ਰਿਹਾਇਸ਼ਗਾਹ ਦੇ ਅੰਦਰ ਭਾਈ ਆਲਮ ਜੀ ਦਾਖਲ ਹੋ ਗਏ। ਕਰੁਣਾ ਸਿੰਧ ਪ੍ਰਿਅੰਕ ਸੁਹਾਏ। ਕਰੁਣਾ ਦੇ ਸਮੁੰਦਰ, ਕਰੁਣਾ ਸਿੰਧ। ਪਲੰਗੇ ਦੇ ਉੱਤੇ ਬੜੇ ਬੇਪਰਵਾਹ ਹੋ ਕੇ ਮਹਾਰਾਜ ਵਿਸ਼ਰਾਮ ਕਰ ਰਹੇ ਸੀ। ਪਲੰਗੇ ਦੇ ਉੱਤੇ ਸ਼ੋਭਨੀਕ ਸਨ। ਉਤੇ ਮਾ ਸੁਖ ਮੈਂ ਸੁਪਤਾਏ। ਉਤੇ ਮਹਾ ਸੁਖ ਮੈਂ, ਬੜੇ ਆਨੰਦ ਨਾਲ ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਸਨ। ਚਰਨ ਕਮਲ ਸੁੰਦਰ ਜੁਗ ਦਰਸੇ। ਹੁਣ ਗੁਰੂ ਸਾਹਿਬ ਜੀ ਲੇਟੇ ਹੋਏ ਆ, ਮੁੱਖ ਦੇ ਉੱਤੇ ਵਸਤਰ, ਸਰਦੀਆਂ ਦੇ ਰੁੱਤ ਹੈ। ਥੋੜੇ ਜਿਹੇ ਚਰਨ ਜਿਹੜੇ ਸੀ ਨਾ ਭਾਈ ਆਲਮ ਜੀ ਨੂੰ ਬਿਸਤਰੇ ਤੋਂ ਬਾਹਰ ਦਿਖੇ, ਜਿਹੜੀਆਂ ਲੇਪ ਤਲਾਈਆਂ ਲਈਆਂ ਸਨ, ਉਹਦੇ ਚ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਦਿਖਾਈ ਦਿੱਤੇ। ਮਰਦਤ ਸਨੇ ਸਨੇ ਕਰ ਪਰਸੇ। ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਬੜੇ ਸਹਿਜ ਸਹਿਤ ਭਾਈ ਆਲਮ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ। ਆਵਾਜ਼ ਨਹੀਂ ਦਿੱਤੀ, ਹਲੂਣਾ ਨਹੀਂ ਦਿੱਤਾ। ਮਹਾਰਾਜ ਦੇ ਚਰਨ ਦਿਸੇ ਤੇ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ। ਭਏ ਪ੍ਰਬੋਧਤ ਅੰਗ ਹਿਲਾਏ। ਮਹਾਰਾਜ ਉਸੇ ਵੇਲੇ ਸੁਚੇਤ ਹੋ ਗਏ, ਸਰੀਰ ਹਰਕਤ ਚ ਆਇਆ, ਇੱਕਦਮ ਚੇਤਨ ਹੋ ਗਏ ਸਤਿਗੁਰੂ ਜੀ। ਬੂਝਿਓ ਕਵਨ ਚਰਨ ਕਰ ਲਾਏ। ਮਹਾਰਾਜ ਨੇ ਪੁੱਛਿਆ, ਹਾਂ ਭਾਈ ਕੀ ਗੱਲ ਹੈ, ਚਰਨਾਂ ਨੂੰ ਹੱਥ ਲਾਇਆ ਤੁਸੀਂ ਅੱਧੀ ਰਾਤ ਵੇਲੇ ਆ ਕੇ? ਸੁਚੇਤ ਹੋ ਕੇ ਸਤਿਗੁਰੂ ਜੀ ਨੇ ਪੁੱਛਿਆ। ਹੋਇਆ ਠਾਂਡੋ ਕਰ ਜੋਰ ਅਲਾਇਓ। ਸਨਮੁਖ ਖੜੇ ਹੋ ਕੇ ਭਾਈ ਆਲਮ ਜੀ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਅਰਜ਼ ਕੀਤੀ।
ਪ੍ਰਭ ਜੀ ਤੁਰਕਨ ਕੋ ਦਲ ਆਇਓ। ਇਹ ਸੱਚੇ ਬਾਦਸ਼ਾਹ ਮਹਾਰਾਜ ਤੁਰਕਾਂ ਦਾ ਦਲ ਚੜ ਕੇ ਆਇਆ। ਮਾਰੇ ਕਹਿੰਦੇ ਕੀ ਗੱਲ ਆ ਭਾਈ, ਅੱਧੀ ਰਾਤ ਕਿਉਂ ਆਇਓ? ਇਹਨੇ ਦੱਸਿਆ ਜੀ ਵੀ ਦਲ ਨੇ ਚੜ੍ਹਾਈ ਕਰ ਦਿੱਤੀ ਹੈ, ਦੁਸ਼ਮਣ ਦੀ, ਤੁਰਕਾਂ ਦੀ ਫੌਜ ਚੜ੍ਹ ਆਈ ਹੈ। ਚਹਿਤ ਆਨੰਦਪੁਰ ਵਿਖੇ ਪ੍ਰਵੇਸ਼ਾ। ਤੇ ਉਹ ਬਹੁਤ ਛੇਤੀ ਸ਼੍ਰੀ ਆਨੰਦਪੁਰ ਸਾਹਿਬ ਅੰਦਰ ਦਾਖਲ ਹੋ ਕੇ ਧਾਵਾ ਬੋਲਣ ਵਾਲੇ ਹਨ। ਠਾਂਡੋ ਸਰਿਤਾ ਪਾਰ ਅਸ਼ੇਸ਼ਾ। ਠਾਂਡੋ ਸਰਤਾ ਪਾਰ। ਇਸ ਵੇਲੇ ਦੁਸ਼ਮਣ ਦਾ ਦਲ ਨਦੀ ਦੇ ਪਾਰਲੇ ਪਾਸੇ ਖੜਾ ਹੈ। ਹੁਕਮ ਆਪਣੋ ਸੁਪਟਣ ਦੀਜੈ। ਮਹਾਰਾਜ ਜੀ ਮੈਂ ਇਸ ਲਈ ਆਇਆ ਕਿ ਸੁਚੇਤ ਹੋਵੋ, ਸਿੱਖਾਂ ਨੂੰ ਹੁਕਮ ਦਿਓ ਦੁਸ਼ਮਣ ਦਲ ਦੀ ਆਮਦ ਵਿੱਚ ਉਹ ਵੀ ਤਿਆਰ ਬਰ ਤਿਆਰ ਹੋ ਕੇ ਖੜੇ ਹੋ ਸਕਣ। ਬਣੇ ਸੁਚੇਤ ਹੇਤ ਰਣ ਕੀਜੈ। ਚੇਤਨ ਹੋ ਕੇ ਵੈਰੀ ਚੜ ਕੇ ਆਇਆ ਤੇ ਉਹਦੇ ਨਾਲ ਜੰਗ ਮਚਾਈ ਜਾ ਸਕੇ। ਸਿਰ ਮੁਕਤੇ ਤਤ ਛਿਨ ਫਰਮਾਇਓ। ਉਸੇ ਛਿਨ ਬੜੇ ਮਹਾਰਾਜ ਜੰਗੀ ਨੁਕਤਾ ਨਿਗਾਹ ਤੋਂ ਜਦੋਂ ਤੁਸੀਂ ਵੇਖੋਗੇ ਨਾ, ਇੱਕ ਬਿਜਲੀ ਤੋਂ ਵੱਡੀ ਫੁਰਤੀ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ। ਐਵੇਂ ਨਹੀਂ ਵੈਰੀਆਂ ਦੇ ਦਲਾਂ ਨੂੰ, ਲੱਖਾਂ ਦੇ ਦਲਾਂ ਨੂੰ ਭਾਜਣਾ ਪਾ ਸੁੱਟੀਆਂ ਮਹਾਰਾਜ। ਜਦੋਂ ਗੁਰੂ ਦੀ ਅਗਵਾਈ 'ਚ ਸਿੱਖਾਂ ਨੇ ਜੰਗ ਕੀਤੀ, ਇਦਾਂ ਦੀ ਯੁੱਧ ਨੀਤੀ, ਇਦਾਂ ਦੀ ਸਤਿਗੁਰੂ ਜੀ ਦੀ ਚੁਸਤੀ ਫੁਰਤੀ ਕਿ ਵੈਰੀ ਦਾ ਦਲ ਮੂੰਹ 'ਚ ਉਂਗਲਾਂ ਪਾਉਣ ਲਈ ਮਜਬੂਰ ਹੋ ਜਾਂਦਾ ਸੀ। ਤਤਛਿਨ ਸਤਿਗੁਰੂ ਜੀ ਨੇ ਸਿੱਖਾਂ ਨੂੰ ਫਰਮਾਇਆ, ਨਾਰਗਨ ਪਟ ਸਭ ਦੇਹੋ ਜਗਾਇਓ। ਆਖਿਆ ਜਲਦੀ ਕਰੋ, ਸਾਰੇ ਯੋਧਿਆਂ ਨੂੰ ਸੁਚੇਤ ਕਰ ਦਿਓ। ਸੁਣ ਕਰ ਆਲਮ ਤੂਰਨ ਧਰ ਕੇ। ਭਾਈ ਆਲਮ ਜੀ ਉਸੇ ਵੇਲੇ ਤੁਰੰਤ ਗਏ ਹਨ। ਚਮੂ ਬਿਲੰਦ ਜਗਾਵਨ ਕਰਕੇ। ਤੇ ਸਭ ਯੋਧਿਆਂ ਨੂੰ, ਸਿੱਖਾਂ ਨੂੰ ਹੁਕਮ ਕਰਤਾ ਵੀ ਮਹਾਰਾਜ ਦਾ ਹੁਕਮ ਹੈ, ਸਾਰੇ ਸ਼ਸਤਰਧਾਰੀ ਯੋਧੇ ਤਿਆਰ ਬਰ ਤਿਆਰ ਹੋ ਜਾਣ। ਬਾਜ ਉਠਿਓ ਰਣਜੀਤ ਨਗਾਰਾ। ਰਣਜੀਤ ਨਗਾਰੇ ਤੇ ਚੋਟ ਲੱਗਣੀ। ਸਿੱਖਾਂ ਨੂੰ ਲਾਲੀ ਚੜ ਜਾਂਦੀ ਸੀ, ਧਰਮ ਯੁੱਧ ਦਾ ਚਾਅ ਸੀ ਨਾ ਅੰਦਰ। ਅਵਰ ਵਾਸਨਾ ਨਾਹੇ ਕਿਛ ਧਰਮ ਯੁੱਧ ਕਹਿ ਚਾਹੇ। ਅੰਦਰ ਇੰਨਾ ਉਮਾਹ ਚੜ ਜਾਂਦਾ ਸੀ, ਤੁਰੰਤ ਸਿੱਖ ਏਡੀ ਕਮਾਲ ਫੁਰਤੀ ਨਾਲ ਤਿਆਰ ਹੁੰਦੇ ਸੀ ਕਿ ਅੱਖੀ ਝਮਕਣ ਤੋਂ ਪਹਿਲਾਂ ਵੈਰੀ ਤੇ ਟੁੱਟ ਪੈਣ ਵਾਸਤੇ ਸਿੱਖ ਤਿਆਰ ਬਰ ਤਿਆਰ ਹੋ ਜਾਂਦੇ। ਰਣਜੀਤ ਨਗਾਰੇ ਉੱਤੇ ਚੋਟ ਲਾ ਦਿੱਤੀ ਗਈ। ਪਰਿਓ ਸ਼ੋਰਪੁਰ ਮੈਂ ਤਬ ਭਾਰਾ। ਸਮਝ ਆ ਗਈ ਵੀ ਅੱਧੀ ਰਾਤ ਨੂੰ ਰਣਜੀਤ ਨਗਾਰਾ ਖੜਕਿਆ। ਇਹ ਜੰਗ ਦਾ ਬਿਗਲ ਇੱਕ ਇਹ ਵੀ ਇੱਕ ਸਿੰਬਲ ਹੁੰਦਾ ਸੀ ਸਾਧ ਸੰਗਤ। ਨਗਾਰੇ ਦੀ ਚੋਬ ਦੱਸਦੀ ਸੀ ਵੀ ਇਹ ਚੋਬ ਹੁਣ ਕਿਸ ਗੱਲ ਦਾ ਇਸ਼ਾਰਾ ਕਰ ਰਹੀ ਹੈ, ਕੀ ਸੁਨੇਹਾ ਦੇ ਰਹੀ ਹੈ। ਇਹ ਚੋਬ ਜਿਹੜੀ ਲੱਗ ਰਹੀ ਹੈ, ਦੋਹਰੀ ਚੋਬ ਲੱਗ ਰਹੀ ਹੈ, ਕਿੱਦਾਂ ਦੀ ਚੋਬ ਲੱਗ ਰਹੀ ਹੈ ਨਗਾਰੇ ਤੇ। ਸੋ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਹੁਕਮ ਨਾਲ ਨਗਾਰੇ ਉੱਤੇ ਲੱਗੀ ਚੋਟ ਸਾਰੇ ਨਗਰ ਵਿੱਚ ਇਸ ਗੱਲ ਲਈ ਸਮਝ ਆ ਗਈ ਕਿ ਦੁਸ਼ਮਣ ਦਲ ਕੋਈ ਚੜ ਆਇਆ ਹੈ। ਨੰਦ ਚੰਦ ਤੇ ਆਰਿਕ ਜੋਧਾ। ਬੜੇ ਬਲੀ ਸੀ ਗੁਰੂ ਕੇ ਸਿੱਖ ਪਿਆਰੇ, ਭਾਈ ਨੰਦ ਚੰਦ ਜੀ ਵਰਗੇ ਅਤੇ ਹੋਰ ਬਹੁਤ ਸਾਰੇ ਸੂਰਮੇ। ਤਤਛਿਨ ਸਾਜੇ ਹੋਏ ਧਰ ਕ੍ਰੋਧਾ। ਉਸੇ ਵੇਲੇ ਜੀ ਬੜੇ ਰੋਜ ਭਰੇ ਹੋਏ ਇਹਨਾਂ ਨੇ ਸ਼ਸਤਰ ਧਾਰਨ ਕਰ ਲਏ। ਦਇਆ ਰਾਮ ਪ੍ਰੋਹਤ ਜੁਤੇ ਆਇਓ। ਭਾਈ ਦਇਆ ਰਾਮ ਜੀ ਵੇਖੋ, ਜੰਗ ਕਰਨ ਵਾਸਤੇ ਤੇ ਗੁਰੂ ਕਾ ਹਲਵਾਈ ਵੀ ਉੱਠਦਾ ਤੇ ਉਹ ਵੀ ਖੁਰਚਣਾ ਫੜ ਕੇ ਤੁਰ ਪੈਂਦਾ। ਉਹ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਲੜਨਾ ਨਹੀਂ ਆਉਂਦਾ ਤੇ ਮਰਨਾ ਤੇ ਆਉਂਦਾ ਹੀ ਹੈ ਨਾ ਜੀ। ਇਦਾਂ ਜੰਗ ਕਰਦੇ ਸੀ ਸਿੱਖ। ਭਾਈ ਦਇਆ ਰਾਮ ਜੀ, ਨੰਦ ਚੰਦ ਜੀ ਆਦਿਕ ਸਿੱਖ ਜਿਹੜੇ ਆਗੂ ਸਿੱਖ ਸਨ, ਤਿਆਰ ਬਰ ਤਿਆਰ ਹੋ ਗਏ। ਕਲਗੀ ਧਰ ਢਿਗ ਸੀਸ ਨਿਵਾਇਓ। ਇਹ ਜਿਹੜੇ ਦੋਨੋਂ ਮੋਹਰੀ ਸਨ ਨਾ, ਜੰਗੀ ਯੁੱਧ ਨੀਤੀ ਬੜੇ ਮਾਹਿਰ ਸੀ, ਨੰਦ ਚੰਦ ਜੀ ਤੇ ਦਇਆ ਰਾਮ ਜੀ। ਇਹ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਰਾਤ ਆਣ ਕੇ ਹਾਜ਼ਰ ਹੋਏ। ਦੇਖਤ ਹੁਕਮ ਕੀਨ ਗੁਰ ਪੂਰੇ। ਜਦੋਂ ਮਹਾਰਾਜ ਨੇ ਸਾਹਮਣੇ ਖੜਿਆ ਵੇਖਿਆ ਦਇਆ ਰਾਮ ਤੇ ਨੰਦ ਚੰਦ ਜੀ ਨੂੰ, ਸੱਚੇ ਪਾਤਸ਼ਾਹ ਜੀ ਨੇ ਅੱਗੋਂ ਹੁਕਮ ਕੀਤਾ, ਗਮੋ ਅਗਰ ਲੈ ਕਰ ਸਭ ਸੂਰੇ। ਸਾਹਿਬ ਕਹਿਣ ਲੱਗੇ ਛੇਤੀ ਕਰੋ, ਤੁਸੀਂ ਸਾਰੇ ਦਲ ਨੂੰ ਨਾਲ ਲੈ ਕੇ ਦੁਸ਼ਮਣ ਦੇ ਉੱਤੇ ਤਾਬੜ ਤੋੜ ਅੱਗੋਂ ਵਾਲੀ ਹਮਲਾ ਕਰ ਦਿਓ। ਮਾਰੋ ਦੁਸ਼ਟਨ ਸਮੁਖ ਤੁਫੰਗੇ। ਆਹ ਤਰੀਕਾ ਸੀ ਸਾਧ ਸੰਗਤ, ਯੁੱਧ ਨੀਤੀ ਸੀ ਮਹਾਰਾਜ ਦੀ। ਹਜ਼ੂਰ ਕਹਿੰਦੇ ਪਹਿਲਾਂ ਦੂਰੋਂ ਗੋਲੀਆਂ ਦੀ ਬੁਛਾੜ ਕਰੋ, ਕਿਉਂਕਿ ਵੈਰੀ ਦਲ ਨੂੰ ਐ ਸੀ ਵੀ ਅਸੀਂ ਹਮਲਾ ਕਰਨਾ, ਤੇ ਅਜੇ ਉਹ ਸੁਚੇਤ ਵੀ ਨਹੀਂ ਸੀ ਹੋਏ ਕਿ ਸਿੱਖਾਂ ਦਾ ਪਹਿਲਾਂ ਹੀ ਹਮਲਾ ਹੋ ਗਿਆ ਉਹਨਾਂ ਦੇ ਉੱਤੇ। ਮਹਾਰਾਜ ਨੇ ਨੰਦ ਚੰਦ ਤੇ ਦਇਆ ਰਾਮ ਜੀ ਨੂੰ ਯੁੱਧ ਨੀਤੀ ਦਾ ਇੱਕ ਗੁਰ ਸਿਖਾਇਆ।
तीनों तहाँ भाणजे संगे। ਗੁਰੂ ਬਾਦਸ਼ਾਹ ਹਜ਼ੂਰ ਦੇ ਭਾਣਜੇ ਪੰਜਾਂ ਵਿੱਚੋਂ ਜਿਹੜੇ 2 ਸ਼ਹੀਦ ਹੋ ਚੁੱਕੇ ਆ ਭੰਗਾਣੀ ਦੇ ਯੁੱਧ 'ਚ, ਤੇ ਤਿੰਨੋਂ ਭਾਣਜੇ ਇੱਥੇ ਨਾਲ ਸਨ, ਅਪਰ ਮੁਖੀ ਯੋਧਾ ਸਭ ਚਾਲੇ। ਅਤੇ ਹੋਰ ਬਾਕੀ ਜਿਹੜੇ ਮੋਹਰੀ ਯੋਧੇ ਸਨ ਸਭ ਤਿਆਰ ਬਰ ਤਿਆਰ ਹੋ ਗਏ। ਯੁੱਧ ਦਾ ਕੀ ਨਜ਼ਾਰਾ ਵੱਜਦਾ ਕੱਲ ਨੂੰ ਸਤਿਗੁਰੂ ਜੀ ਆਪਣੀ ਹਜ਼ੂਰੀ 'ਚ ਬਿਠਾ ਕੇ ਸੋਝੀ 'ਚ ਪਾਉਣ, ਕਿਵੇਂ ਸਿੱਖਾਂ ਨੇ ਵੈਰੀ ਦਲ ਦੇ ਛੱਕੇ ਛਡਾਏ, ਸਤਿਗੁਰੂ ਜੀ ਦੀਆਂ ਰਹਿਮਤਾਂ ਲੈ ਕੇ ਸਿੱਖ ਕਿੱਦਾਂ ਜੂਝੇ ਸਾਧ ਸੰਗਤ, ਇਹਨੂੰ ਜਾਣਨ ਦਾ ਯਤਨ ਕਰਾਂਗੇ। ਭੁੱਲਾਂ ਬਖਸ਼ਣੀਆਂ, ਅਸੀਸ ਦਿਓ, ਪਿਆਰ ਵਿੱਚ ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।